जिंदाबाद जिंदाबाद भारत माता की ਇਹ ਸਾਡੇ ਕੋਲ ਬਹੁਤ ਦੇਰ ਤੋਂ ਆਏ, ਚੀਮਾ ਸਾਹਿਬ ਵੀ ਆਏ ਸੀਗੇ, ਮੈਡਮ ਸਾਂਝੀ ਵੀ ਆਏ ਸੀ ਪਹਿਲਾਂ। ਅਸੀਂ ਇਹਨਾਂ ਨੂੰ ਰਿਕੁਐਸਟ ਇਹੀ ਕੀਤੀ ਸੀ ਵੀ ਸਾਨੂੰ ਬੀਜੇਪੀ ਦੇ ਸਾਰੇ ਕੰਮ ਪਸੰਦ ਨੇ, ਸਾਨੂੰ ਪਤਾ ਹੈ ਵੀ ਸਾਰਾ ਕੰਮ ਸਹੀ ਹੈ ਇਹਨਾਂ ਦਾ, ਪਰ ਜਿਹੜਾ ਕਿਸਾਨ ਵਿੰਗ ਵਾਲਾ ਹੈ ਨਾ ਉਹ ਕੰਮ ਨਹੀਂ ਅਜੇ ਠੀਕ ਹੋ ਰਿਹਾ। ਉਹ ਹੁਣ ਦੇਖੋ ਉਹਦਾ ਹੱਲ ਹੋ ਗਿਆ, ਮੋਦੀ ਜੀ ਨੇ ਵੱਡਾ ਦਿਲ ਦਿਖਾਇਆ, ਨਾਲੇ ਮਾफ़ी ਮੰਗ ਲਈ ਤੇ ਕਿਸਾਨ ਵਾਪਸ ਲੈ ਲਏ ਬਿੱਲ। 370 ਲੈ ਲਓ, 3 ਤਲਾਕ ਲੈ ਲਓ, ਰਾਮ ਮੰਦਰ ਲੈ ਲਓ, ਵੱਡੇ ਵੱਡੇ ਫੈਸਲੇ ਜਿਹੜੇ ਕੋਈ ਨਹੀਂ ਸੀ ਕਰ ਸਕਿਆ ਉਹ ਇਹਨਾਂ ਨੇ ਕਰ ਦਿੱਤੇ। ਪਾਕਿਸਤਾਨ ਨੇ ਥੋੜ੍ਹੀ ਜਿਹੀ ਹਿੰਮਤ ਦਿਖਾਈ, ਉਹ ਘਰ 'ਚ ਜਾ ਕੇ ਮਾਰ ਕੇ ਆਏ ਉਹਨਾਂ ਨੂੰ। ਉਸ ਤੋਂ ਬਾਅਦ ਉਹਨਾਂ ਦੀ ਹਿੰਮਤ ਨਹੀਂ ਪਈ ਮੁੜ ਕੇ ਹਿੰਦੁਸਤਾਨ ਵੱਲ ਨੂੰ ਆਖਣ। 26/11 ਜਦੋਂ ਬੰਬੇ ਹਮਲਾ ਹੋਇਆ ਸੀ ਤੇ ਸਾਡੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ, ਉਹ ਸਾਡਾ ਜਲੂਸ ਕੱਢ ਕੇ ਨਿਕਲ ਗਿਆ ਉੱਧਰ। ਮੇਰੇ ਦੇਸ਼ ਦੀ ਜਿਹੜੀ ਇੱਕ ਸਟੇਟ ਹੈ ਉਹ ਮੇਰੇ ਦੇਸ਼ ਦਾ ਝੰਡਾ ਨਹੀਂ ਲਾ ਰਹੀ, ਉੱਥੇ ਮੇਰੇ ਦੇਸ਼ ਦਾ IPC ਲਾਗੂ ਨਹੀਂ ਹੋ ਰਹੀ, ਇੰਡੀਅਨ ਪੀਨਲ ਕੋਡ ਲਾਗੂ ਨਹੀਂ ਹੋ ਰਹੀ, ਮੇਰੇ ਦੇਸ਼ ਦਾ ਉੱਥੇ ਅਫਸਰ ਭਰਤੀ ਨਹੀਂ ਹੋ ਸਕਦਾ, ਉਹਨਾਂ ਦਾ ਸਾਡੇ ਹੀ ਨਹੀਂ ਆ ਸਕਦਾ, ਫਿਰ ਉਹ ਸਾਡਾ ਕਾਹਦਾ ਦੇਸ਼ ਹੋਇਆ। ਪੰਜਾਬ ਵਿੱਚ 2022 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਸਰਗਰਮੀਆਂ ਆ ਸਿਖਰ ਤੇ ਹੈਗੇ ਆ। ਹਰ ਇੱਕ ਪਾਰਟੀ ਨੇ ਆਪਣੀਆਂ ਜਿਹੜੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਕਿਸਾਨ ਸੰਘਰਸ਼ ਦੀ ਸਮਾਪਤੀ ਤੋਂ ਬਾਅਦ ਵੀ ਖਾਸ ਤੌਰ ਤੇ ਜਿਹੜੇ BJP ਨੇ ਵੀ ਆਪਣੀਆਂ ਜਿਹੜੀਆਂ ਸਰਗਰਮੀਆਂ ਉਹ ਵਧਾ ਦਿੱਤੀਆਂ ਨੇ। ਪੰਜਾਬ ਦੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਵਿਧਾਨ ਸਭਾ ਦੀ ਗੱਲ ਕਰ ਲਈਏ ਤਾਂ ਇੱਥੋਂ ਸਾਬਕਾ ਪੁਲਿਸ ਅਫਸਰ ਜਿਨ੍ਹਾਂ ਨੇ ਹੁਣੇ BJP ਜਿਹੜੀ ਜੁਆਇਨ ਕੀਤੀ ਹੈ ਤੇ ਅੱਜ ਪਹਿਲੀ ਮੀਟਿੰਗ ਉਹਨਾਂ ਦੇ ਪਿੰਡ ਕਰਕੇ ਹੀ BJP ਦੇ ਜਿਹੜੇ ਲੀਡਰਾਂ ਨੇ ਇੱਥੇ ਜਿਹੜਾ ਆਪਣਾ ਚੋਣ ਬਿਗਲ ਹੈ ਉਹ ਵਜਾ ਦਿੱਤਾ ਹੈ। ਇੱਥੇ ਪਹੁੰਚੇ ਹੋਏ ਲੀਡਰਾਂ ਨਾਲ ਉਹ ਗੱਲ ਕਰਦੇ ਹਾਂ। ਸਾਡੇ ਨਾਲ ਕਿਸਾਨ ਮੋਰਚਾ ਦੇ ਪੰਜਾਬ ਦੇ ਚੀਮਾ ਸਾਹਿਬ ਪਹੁੰਚੇ। ਚੀਮਾ ਸਾਹਿਬ ਅੱਜ ਇੱਥੇ ਪਹੁੰਚੇ ਆ, ਕਿੱਦਾਂ ਦੇਖਦੇ ਆ ਜਿਹੜੀਆਂ ਚੋਣ ਸਰਗਰਮੀਆਂ ਨੂੰ? ਭਾਰਤੀ ਜਨਤਾ ਪਾਰਟੀ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜੀ ਆਪਣੀ ਚੋਣ ਸਰਗਰਮੀ ਆ ਉਹ ਸ਼ੁਰੂ ਕੀਤੀ ਹੋਈ ਹੈ, ਕਿਉਂਕਿ ਪਿੱਛੇ ਕਰੋਨਾ ਕਾਲ ਰਿਹਾ, ਉਹਦੇ ਕਾਰਨ ਲੋਕ ਘਰਾਂ 'ਚ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨ ਐਜੀਟੇਸ਼ਨ ਸ਼ੁਰੂ ਹੋਇਆ, ਉਹਦੇ ਕਾਰਨ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਦੇ ਵਿੱਚ ਜਾਣਾ ਆਉਣਾ ਮਨ੍ਹਾ ਕੀਤਾ ਹੋਇਆ ਸੀਗਾ। ਬਟ ਫਿਰ ਵੀ ਸਾਡਾ ਜਿਹੜਾ ਸੰਗਠਨ ਹੈ ਇਹ ਚੱਲਦਾ ਰਹਿੰਦਾ। ਅਸੀਂ ਠੀਕ ਹੈ ਉਦੋਂ ਪਬਲਿਕ ਮੀਟਿੰਗਾਂ ਨਹੀਂ ਸੀ ਕਰ ਰਹੇ, ਸਾਡਾ ਮੰਡਲ ਲੈਵਲ 'ਤੇ ਬੂਥ ਲੈਵਲ 'ਤੇ ਜਿਹੜਾ ਸੰਗਠਨ ਸੀ ਉਹ ਪ੍ਰੋਪਰ ਚੱਲਦਾ ਰਹਿੰਦਾ। ਔਰ ਜਿਹੜੀ ਪੰਜਾਬ ਦੇ ਵਿੱਚ ਆਮ ਤੌਰ 'ਤੇ ਆਮ ਪਾਰਟੀਆਂ ਨੂੰ ਲੱਗਦਾ ਹੈ ਕਿ ਬਾਕੀ ਪਾਰਟੀਆਂ ਦਾ ਜਿਹੜਾ ਵਰਕਰ ਹੈ ਉਹ ਚੋਣਾਂ ਦੇ ਵਿੱਚ ਆ ਕੇ ਐਕਟਿਵ ਹੁੰਦਾ, ਇਲੈਕਸ਼ਨ ਦੇ ਵਿੱਚ ਮੋਡ 'ਚ ਆ ਕੇ ਐਕਟਿਵ ਹੁੰਦਾ। ਪਰ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹਦਾ ਵਰਕਰ ਦੇ ਲਈ 5 ਸਾਲ ਉਹ ਚੋਣਾਂ ਹੀ ਰਹਿੰਦੀਆਂ, 5 ਸਾਲ ਉਹ ਐਕਟਿਵ ਮੋਡ ਦੇ ਵਿੱਚ ਹੀ ਰਹਿੰਦਾ ਹੈ। ਉਹਨਾਂ ਨੂੰ ਕੋਈ ਐਸੀ ਇਲੈਕਸ਼ਨ ਦੇ ਵਿੱਚ ਆ ਕੇ ਉਹ ਐਕਸ਼ਨ ਮੋਡ 'ਚ ਨਹੀਂ ਆਉਂਦਾ, ਉਹ ਹਮੇਸ਼ਾ ਹੀ ਇਲੈਕਸ਼ਨ ਮੋਡ ਦੇ ਵਿੱਚ ਰਹਿੰਦਾ ਹੈ। ਹਮੇਸ਼ਾ ਆਪਣੇ ਵਰਕਰ ਦੇ ਸੰਪਰਕ 'ਚ ਰਹਿਣਾ, ਹਮੇਸ਼ਾ ਵਰਕਰ ਦੇ ਦੁੱਖ ਸੁੱਖ 'ਚ ਆਉਣਾ, ਹਮੇਸ਼ਾ ਵਰਕਰ ਦੇ ਕੰਮਾਂ ਕਾਰਾਂ ਦੇ ਲਈ ਅੱਗੇ ਹੋ ਕੇ ਕੰਮ ਕਰਨਾ, ਨਵੇਂ ਵਰਕਰਾਂ ਨੂੰ ਨਾਲ ਜੋੜਨਾ, ਇਹ ਭਾਰਤੀ ਜਨਤਾ ਪਾਰਟੀ ਦੀ ਇੱਕ ਪ੍ਰਥਾ ਹੈ, ਭਾਰਤੀ ਜਿਹੜੀ ਨਿਰੰਤਰ ਚੱਲਦੀ ਰਹਿੰਦੀ ਹੈ। ਪਰ ਜਿਸ ਤਰ੍ਹਾਂ ਹੁਣ ਜਿਹੜੀਆਂ ਹਲਕੇ ਲੈਵਲ 'ਤੇ ਜਾ ਕੇ ਬੂਥ ਲੈਵਲ 'ਤੇ ਜਾ ਕੇ ਵੀ ਮੀਟਿੰਗ ਕੀਤੇ, ਇਹਦਾ ਕਾਰਨ ਕੀ ਵੀ ਜਿਹੜਾ ਅਕਾਲੀ ਦਲ ਦੇ ਨਾਲ ਕਿਸਾਨ ਸੰਘਰਸ਼ ਦਾ ਸੰਗਠਨ ਟੁੱਟਣ ਤੋਂ ਬਾਅਦ ਜਿੱਦਾਂ BJP ਨੇ ਹੁਣ ਐਲਾਨ ਕੀਤਾ ਵੈਸੇ 117 ਤੋਂ ਲੈ ਕੇ ਇਸ ਮੂਡ ਨੂੰ ਵੀ ਦੇਖਿਆ ਜਾ ਸਕਦਾ ਜੀ? ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਜਿਹੜੀ ਭਾਈਵਾਲ ਸੀ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਭਾਈਵਾਲੀ ਸੀ, ਔਰ ਅਸੀਂ 23 ਸੀਟਾਂ 'ਤੇ ਇਲੈਕਸ਼ਨ ਲੜਦੇ ਸੀ, 94 ਸੀਟਾਂ 'ਤੇ ਜਿਹੜੀ ਇਲੈਕਸ਼ਨ ਆ ਉਹ ਸ਼੍ਰੋਮਣੀ ਅਕਾਲੀ ਦਲ ਲੜਦਾ ਸੀ। ਪਰ ਇਹ ਨਹੀਂ ਸੀ ਕਿ ਉਸ 94 ਸੀਟਾਂ 'ਤੇ ਭਾਰਤੀ ਜਨਤਾ ਪਾਰਟੀ ਦਾ ਵਰਕਰ ਨਹੀਂ ਸੀ। ਉੱਥੇ ਵੀ ਸਾਡਾ ਜਿਸ ਤਰ੍ਹਾਂ 23 ਹਲਕਿਆਂ ਦੇ ਵਿੱਚ ਸਾਡੇ ਭਾਰਤੀ ਜਨਤਾ ਪਾਰਟੀ ਦਾ ਵਰਕਰ ਜ਼ਿਲ੍ਹਾ ਪ੍ਰਧਾਨ ਜੀ, ਉਸ ਤੋਂ ਬਾਅਦ ਮੰਡਲ ਪ੍ਰਧਾਨ, ਉਸ ਤੋਂ ਬਾਅਦ ਸੈੱਲ ਮੋਰਚੇ, ਉਹਨਾਂ 94 ਹਲਕਿਆਂ ਦੇ ਵਿੱਚ ਵੀ ਸਾਡਾ ਵਰਕਰ ਉਸੇ ਸਮੇਂ ਤੋਂ ਬੈਠਾ ਹੈ। ਪਰ ਅੱਜ ਜਦੋਂ ਭਾਰਤੀ ਜਨਤਾ ਪਾਰਟੀ ਨੇ ਲੰਬੇ ਸਮੇਂ ਬਾਅਦ ਜੋ ਪੰਜਾਬ ਦੇ ਲੋਕਾਂ ਦੀ ਮੰਗ ਸੀ, ਪੰਜਾਬ ਦੇ ਵਰਕਰਾਂ ਦੀ ਮੰਗ ਸੀ ਕਿ ਪਾਰਟੀ ਨੂੰ 117 ਵਿਧਾਨ ਸਭਾ ਚੋਣਾਂ 'ਤੇ ਲੜਨਾ ਚਾਹੀਦਾ, ਤੇ ਅੱਜ ਲੰਬੇ ਸਮੇਂ ਬਾਅਦ ਉਹਨਾਂ ਇਸ਼ਾਵਾਂ ਨੂੰ ਬੂਰ ਪਿਆ। ਔਰ ਉਹਦੇ ਨਾਲ ਪਾਰਟੀ ਨੇ, ਕਿਉਂਕਿ ਉੱਥੇ ਬਹੁਤ ਮਿਹਨਤ ਕਰਨ ਦੀ ਲੋੜ ਹੈ, ਜਿਹੜੇ 94 ਹਲਕਿਆਂ 'ਤੇ ਅਸੀਂ ਨਹੀਂ ਲੜਦੇ ਸੀ, ਇਹ ਠੀਕ ਹੈ ਕਿ ਉੱਥੇ ਸਾਡਾ ਸੰਗਠਨ ਕੰਮ ਕਰਦਾ ਸੀ, ਐਕਟਿਵ ਸੀ, ਯਤਨਸ਼ੀਲ ਸੀ, ਪਰ ਉੱਥੇ ਬੜੀ ਮਿਹਨਤ ਕਰਨ ਦੀ ਲੋੜ ਹੈ। ਪਰ ਉੱਥੇ ਨਾਲ ਹੀ ਜਿਹੜਾ ਅੱਜ ਇੱਕ ਸੁਖਦ ਮਾਹੌਲ ਬਣ ਰਿਹਾ ਕਿ ਮੋਦੀ ਸਾਹਿਬ ਦੇ ਨਾਮ ਦੀ ਜਿਸ ਤਰ੍ਹਾਂ ਦੇਸ਼ ਦੇ ਵਿੱਚ ਵੇਵ ਚੱਲ ਰਹੀ ਹੈ, ਪੰਜਾਬ ਦੇ ਲੋਕ ਅੱਜ ਤੱਕ ਮੋਦੀ ਸਾਹਿਬ ਦੇ ਨਾਲ ਪ੍ਰੋਪਰ ਜੁੜ ਨਹੀਂ ਸੀ ਪਾ ਰਹੇ। ਪਰ ਹੁਣ 117 ਵਿਧਾਨ ਸਭਾ ਤੇ ਪਾਰਟੀ ਨੇ ਜਦੋਂ ਚੋਣ ਲੜਨ ਦਾ ਐਲਾਨ ਕੀਤਾ
ਤੇ ਲੋਕਾਂ ਨੂੰ ਇੱਕ ਸਪੇਸ ਮਿਲੀ ਹੈ। ਲੋਕ ਡਾਇਰੈਕਟ ਮੋਦੀ ਜੀ ਨਾਲ ਜੁੜਨਾ ਚਾਹੁੰਦੇ ਆ। ਅੱਜ ਦੇਖੋ ਤੁਸੀਂ ਕਿਸ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਲੋਕ ਆਪੋ ਆਪਣੇ ਨੇਤਾਵਾਂ ਨੂੰ ਛੱਡ ਕੇ ਡਾਇਰੈਕਟ ਮੋਦੀ ਜੀ ਦੀ ਪਾਰਟੀ ਦੇ ਵਿੱਚ ਆ ਰਹੇ ਆ। ਜੀ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਕੈਪਟਨ ਸਾਹਿਬ ਦੇ ਬੜੇ ਨੇੜੇ ਦੇ ਬੰਦੇ ਸੀ, ਉਹ ਡਾਇਰੈਕਟ ਪਾਰਟੀ ਦੇ ਵਿੱਚ ਆਏ ਆ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਲੋਕ ਹੈ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ 'ਚ ਆ ਕੇ ਆਪਣਾ ਪੋਲੀਟੀਕਲ ਕੈਰੀਅਰ ਸ਼ੁਰੂ ਕਰਨਾ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਪੰਜਾਬ ਦਾ ਜਿਹੜਾ ਫਿਊਚਰ ਹੈ ਉਹ ਭਾਰਤੀ ਜਨਤਾ ਪਾਰਟੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਬਚਾ ਸਕਦੀ ਹੈ। ਜੋ ਅੱਜ ਪੰਜਾਬ ਤੇ ਕਰਜ਼ੇ ਦੀ ਗੱਲ ਕਰ ਲਈਏ, ਪੰਜਾਬ ਦੇ ਨਸ਼ਿਆਂ ਦੇ ਵਿੱਚ ਜੋ ਨਸ਼ਾ ਵਿਕ ਰਿਹਾ ਉਸ ਦੀ ਗੱਲ ਕਰ ਲਈਏ, ਲੈਂਡ ਮਾਫੀਆ, ਸੈਂਡ ਮਾਫੀਆ ਦੀ ਗੱਲ ਕਰ ਲਈਏ, ਜਿੰਨੇ ਮਾਫੀਆ ਹੈ ਉਹਨਾਂ ਨੂੰ ਜੇ ਖਤਮ ਕਰ ਸਕਦੀ ਹੈ ਤਾਂ ਇੱਕ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ। ਇਹ ਮੇਰਾ ਵਿਸ਼ਵਾਸ ਹੈ। ਤੁਸੀਂ ਮਾਫੀਆ ਦੀ ਗੱਲ ਕੀਤੀ ਹੈ ਤਾਂ ਇੱਕ ਇਹ ਵੀ ਦੋਸ਼ ਲੱਗਦਾ ਸਟੇਜ ਤੋਂ ਵੀ ਤੁਸੀਂ ਗੱਲ ਕਹੀ ਹੈ ਕਿ ਅਕਾਲੀ ਦਲ ਦੀ ਇਹ ਦੇਣ ਹੈ ਕਿ ਤੁਸੀਂ ਵੀ ਉਹਨਾਂ ਨਾਲ ਲੰਮਾ ਚਿਰ ਭਾਈਵਾਲ ਰਹੇ ਆ, ਸੈਂਟਰ 'ਚ ਵੀ ਤੁਹਾਡੀ ਸਰਕਾਰ ਰਹੀ ਆ, ਤਾਂ ਫਿਰ ਤੁਸੀਂ ਕਿਸ ਤਰ੍ਹਾਂ ਕਰ ਪਾਓਗੇ? ਕਿਉਂਕਿ ਜੇ ਤੁਸੀਂ ਕਹਿੰਦੇ ਵੀ ਸੱਤਾ ਤੁਹਾਨੂੰ ਇਕੱਲਿਆਂ ਨੂੰ ਹਾਸਲ ਹੁੰਦੀ ਆ ਤਾਂ ਇਹਦਾ ਕੀ ਕਾਰਨ ਹੈ ਵੀ ਪਹਿਲਾਂ ਤੁਸੀਂ ਨਹੀਂ ਬੋਲੇ, ਹੁਣ ਇਹ ਬੋਲਦੇ? ਕੋਈ ਪੋਲੀਟੀਕਲ ਫੰਡਾ ਹੀ ਦੇਣੇ ਹੈ ਜੀ? ਮੈਨੂੰ ਇਹ ਗੱਲ ਕਹਿਣ 'ਚ ਕੋਈ ਹਰਜ ਨਹੀਂ। ਮੈਂ ਜਿਹੜੀ ਗੱਲ ਕਹਿਣਾ ਹੁੰਦਾ ਬਿਲਕੁਲ ਸਟ੍ਰੇਟ ਫਾਰਵਰਡ ਕਹਿਣਾ। ਭਾਰਤੀ ਜਨਤਾ ਪਾਰਟੀ ਦੀ ਅਲਾਇੰਸ ਗਵਰਨਮੈਂਟ ਜਦੋਂ ਰਹੀ ਹੈ ਪੰਜਾਬ ਦੇ ਵਿੱਚ, ਉਦੋਂ ਭਾਰਤੀ ਜਨਤਾ ਪਾਰਟੀ ਦੀ ਸਾਡੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਸਾਡੇ ਮੰਤਰੀਆਂ ਦੇ ਨਾਲ ਜਿਹੜੇ ਸੈਕਟਰੀ ਲਾਏ ਹੁੰਦੇ ਸੀ ਉਹ ਮੁੱਖ ਮੰਤਰੀ ਵੱਲੋਂ ਲਾਏ ਹੁੰਦੇ ਸੀ, ਬਾਦਲ ਫੈਮਿਲੀ ਵੱਲੋਂ ਲਾਏ ਹੁੰਦੇ ਸੀ। ਸਾਡੇ ਮੰਤਰੀਆਂ ਤੱਕ ਨੂੰ ਆਪਣੇ ਡਿਪਾਰਟਮੈਂਟਾਂ ਦੇ ਵਿੱਚ ਕੰਮ ਕਰਨ ਦੀ ਖੁੱਲ੍ਹ ਨਹੀਂ ਸੀ ਹੁੰਦੀ। ਅੱਜ ਫਸਟ ਟਾਈਮ ਹੈ ਕਿ ਭਾਰਤੀ ਜਨਤਾ ਪਾਰਟੀ ਆਜ਼ਾਦ ਤੌਰ 'ਤੇ ਪੰਜਾਬ ਦੇ ਵਿੱਚ ਆਪਣੀ ਹੋਂਦ ਬਰਕਰਾਰ ਕਰਨ ਲਈ, ਪੰਜਾਬ ਨੂੰ ਬਚਾਉਣ ਲਈ ਆਈ ਹੈ। ਔਰ ਤੁਸੀਂ ਵੇਖੋਗੇ, ਕਿਉਂਕਿ ਸਾਡਾ ਤੁਸੀਂ ਦੇਖੋ ਨਾ, ਜਿੰਨੀਆਂ ਸਟੇਟਾਂ ਯੂਪੀ, ਜਿੱਥੇ ਕਦੇ ਉਹ ਦੰਗਿਆਂ ਦਾ ਸੂਬਾ ਗਿਣਿਆ ਜਾਂਦਾ ਸੀ, ਜਿੱਥੇ ਰਾਤ ਨੂੰ ਮਹਿਲਾਵਾਂ ਕਿਤੇ ਰਾਤ ਨੂੰ ਕੀ ਦਿਨ ਵਿੱਚ ਵੀ ਨਿਕਲ ਨਹੀਂ ਸੀ ਸਕਦੀਆਂ, ਮੋਟਰਸਾਈਕਲ ਚੋਰੀਆਂ, ਡਕੈਤੀਆਂ ਆਮ ਸੀਗੀਆਂ। ਪਰ ਜਦੋਂ ਤੋਂ ਉੱਥੇ ਯੋਗੀ ਦੀ ਸਰਕਾਰ ਆਈ ਹੈ, ਅੱਜ ਉੱਥੇ ਮਹਿਲਾਵਾਂ ਵੀ ਸੁਰੱਖਿਅਤ ਨੇ। ਜਾਣੀ ਕਹਿਣ ਤੋਂ ਭਾਵ ਉੱਥੇ ਗੁੰਡਾਗਰਦੀ ਦਾ ਜਿਹੜਾ ਸਮਰਾਜ ਹੈ ਉਹ ਖਾਤਮੇ ਵੱਲ ਜਾ ਰਿਹਾ। ਇਸੇ ਤਰ੍ਹਾਂ ਸਾਡਾ ਗੁਆਂਢੀ ਸੂਬਾ ਹਰਿਆਣੇ ਦੇ ਵਿੱਚ ਲੰਬਾ ਸਮਾਂ ਕਦੇ ਚੁਟਾਲਿਆਂ ਨੇ ਲੁੱਟਿਆ, ਕਦੇ ਕਾਂਗਰਸ ਨੇ ਲੁੱਟਿਆ, ਪਰ ਪਿਛਲੇ ਜਿਹੜੇ ਸਮੇਂ ਤੋਂ ਸਾਡੇ ਮਨੋਹਰ ਲਾਲ ਜੀ ਖੱਟੜ ਜਿਹੜੇ ਮੁੱਖ ਮੰਤਰੀ ਬਣੇ ਆ, ਭਾਜਪਾ ਦੀ ਸਰਕਾਰ ਆਈ ਹੈ, ਇੱਕ ਆਈਡੀਓਲੋਜੀ, ਇੱਕ ਸੋਚ ਦੀ ਸਰਕਾਰ ਆਈ ਹੈ, ਉਸ ਦਿਨ ਤੋਂ ਹਰਿਆਣਾ ਤਰੱਕੀਆਂ ਵੱਲ ਜਾ ਰਿਹਾ। ਅੱਜ ਹਰਿਆਣੇ ਦੇ ਕਿਸਾਨ ਨੂੰ 13 ਫਸਲਾਂ ਤੇ MSP ਵੀ ਮਿਲ ਰਹੀ ਹੈ। ਉਸ ਨੂੰ ਫਸਲਾਂ ਦੇ ਜਿਹੜਾ ਵਿਭਿੰਨਤਾ, ਖੇਤੀ ਵਿਭਿੰਨਤਾ ਵੱਲ ਲੈ ਕੇ ਜਾਣ ਲਈ ਜਿਹੜੇ ਪੈਸੇ ਆ ਉਹ ਵੀ ਐਕਸਟਰਾ ਦਿੱਤੇ ਜਾ ਰਹੇ ਆ। ਅੱਜ ਸਾਰਾ ਉੱਥੇ ਦਾ ਜਿਹੜਾ ਕਿਸਾਨ ਹੈ ਉਸ ਨੂੰ ਜਿੱਥੇ ਸੁਵਿਧਾਵਾਂ ਵੀ ਮਿਲ ਰਹੀਆਂ, ਪਰ ਸਾਡੀ ਸਟੇਟ ਦੇ ਵਿੱਚ ਕੀ ਹੋ ਰਿਹਾ? ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਮੇਰਾ ਵਿਸ਼ਵਾਸ ਹੈ ਔਰ ਪੰਜਾਬ ਦੇ ਲੋਕਾਂ ਦਾ ਵੀ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਉਣਾ ਜ਼ਰੂਰੀ ਹੈ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਉਦੋਂ ਸੱਤਾ 'ਚ ਸੀ, ਮੈਂ ਪਹਿਲਾਂ ਗੱਲ ਕਹੀ ਹੈ, ਅਸੀਂ ਬਿਲਕੁਲ ਸੱਤਾ 'ਚ ਨਾਲ ਸੀ, ਪਰ ਉਸ ਸੱਤਾ ਦੇ ਵਿੱਚ ਸਾਡੀ ਭਾਗੀਦਾਰੀ ਨਹੀਂ ਸੀ, ਸਾਡੇ ਉਹਨਾਂ ਫੈਸਲਿਆਂ ਦੇ ਵਿੱਚ ਸ਼ਮੂਲੀਅਤ ਕਿਤੇ ਨਹੀਂ ਸੀ। ਜਿਸ ਦਿਨ ਭਾਜਪਾ ਦੀ ਸਰਕਾਰ ਪੰਜਾਬ 'ਚ ਆਊਗੀ, ਤੁਸੀਂ ਫਰਕ ਦੇਸ਼ ਵਾਂਗ ਪੰਜਾਬ 'ਚ ਵੀ ਦੇਖੋਗੇ। ਕੀ ਹੁਣ ਭਾਜਪਾ ਜਿਹੜੀ ਉਹ ਇਕੱਲਿਆਂ ਹੀ ਇਹ ਚੋਣਾਂ ਲੜੇਗੀ? ਦੇਖੋ, ਅੱਜ ਦੀ ਡੇਟ 'ਚ ਸਾਡਾ ਜਿਹੜਾ ਸੰਗਠਨ ਹੈ, ਸਾਡੇ ਪੰਜਾਬ ਪ੍ਰਧਾਨ ਸ੍ਰੀ ਅਸ਼ਮੀਸ਼ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ 117 ਦੀਆਂ 17 ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ। ਬਾਕੀ ਜੋ ਸਾਡੇ ਫੈਸਲੇ ਹੋਣੇ ਹੁੰਦੇ ਆ, ਕਿਉਂਕਿ ਸਾਡੇ ਜਿਹੜੇ ਫੈਸਲੇ ਆ ਉਹ ਸੈਂਟਰਲ ਦੀ ਹਾਈ ਕਮਾਂਡ, ਸਾਡੀ ਜਿਹੜੀ ਲੀਡਰਸ਼ਿਪ ਹੈ ਕੇਂਦਰ ਦੀ, ਉਹਨੇ ਕਰਨੇ ਹੁੰਦੇ ਆ। ਉਹਨਾਂ ਵੱਲੋਂ ਜੋ ਵੀ ਫੈਸਲਾ ਲਿਆ ਜਾਊਗਾ ਉਹ ਸਾਡੀ ਪਾਰਟੀ ਨੂੰ ਹਮੇਸ਼ਾ ਮਨਜ਼ੂਰ ਰਹਿੰਦਾ, ਕਿਉਂਕਿ ਕੈਡਰ ਬੇਸ ਪਾਰਟੀ ਹੈ। ਪਰ ਸਾਡੀ ਜਿਹੜੀ ਤਿਆਰੀ ਹੈ ਉਹ 117 ਵਿਧਾਨ ਸਭਾ ਹਲਕਿਆਂ ਤੇ ਚੱਲ ਰਹੀ ਹੈ। ਜੋ ਉੱਤੋਂ ਹਾਈ ਕਮਾਂਡ ਦਾ ਫੈਸਲਾ ਉਹ ਉਸ ਅਨੁਸਾਰ ਚੋਣ ਲੜੀ ਜਾਊ। ਉੱਤੋਂ ਵੀ ਫੈਸਲਾ ਦਿਖੇ ਰਿਹਾ, ਜਿਸ ਦਾ ਕੈਪਟਨ ਸਾਹਿਬ ਉਹਨਾਂ ਨੂੰ ਮਿਲਦੇ ਪਏ ਆ, ਢੀਂਡਸਾ ਸਾਹਿਬ ਦੀ ਵੀ ਗੱਲ ਹੋ ਰਹੀ ਹੈ, ਤਾਂ ਇਹ ਜਿਹੜਾ ਸਮੀਕਰਨ ਹੋਏਗਾ ਠੀਕ ਰਹੇਗਾ ਪੰਜਾਬ ਦੇ ਲਈ? ਕੀ ਤੁਸੀਂ ਰਾਜੀ ਆ? ਜਿਹੜਾ ਕੇਡਰ ਹੈ ਜਾਂ ਤੁਹਾਡੇ ਜਿਹੜੇ ਲੀਡਰ ਹੈਗੇ ਪੰਜਾਬ ਲੈਵਲ ਦੇ ਰੈਡੀ ਨੇ ਇਹਦੇ ਲਈ? ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਰਕਰ ਹੈ ਉਹਨੇ ਕਦੇ ਕਿੰਤੂ ਪ੍ਰੰਤੂ ਨਹੀਂ ਕੀਤਾ। ਪੰਜਾਬ ਦੇ ਵਿੱਚ ਲੰਬਾ ਸਮਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਰਹੇ। ਸਾਡਾ ਵਰਕਰ ਨੂੰ ਕੁੱਟਿਆ ਵੀ ਜਾਂਦਾ ਸੀ, ਸਾਡੇ ਵਰਕਰ ਨੂੰ ਲੁੱਟਿਆ ਵੀ ਜਾਂਦਾ ਸੀ, ਪਰ ਉਸ ਦੇ ਬਾਵਜੂਦ ਅਸੀਂ 3 ਫਰੰਟ ਤੇ ਲੜਾਈ ਲੜਦੇ ਸੀ, ਇੱਕ ਕਾਂਗਰਸ ਨਾਲ, ਇੱਕ ਦੂਜੀਆਂ ਪਾਰਟੀਆਂ ਨਾਲ, ਇੱਕ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਭਾਰਤੀ ਜਨਤਾ ਪਾਰਟੀ ਦੀ ਵਰਕਰ ਦੀ ਲੜਾਈ ਹਮੇਸ਼ਾ ਜਾਰੀ ਰਹਿੰਦੀ ਸੀ। ਉਸ ਸਮੇਂ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਕਦੇ ਆਪਣੀ ਹਾਈ ਕਮਾਂਡ ਦੇ ਅੱਗੇ ਗਿਲਾ ਸ਼ਿਕਵਾ ਨਹੀਂ ਕੀਤਾ ਕਿ ਤੁਸੀਂ ਸਾਡੇ ਨਾਲ ਆ ਹੋ ਰਿਹਾ। ਜੋ ਉੱਤੋਂ ਹਾਈ ਕਮਾਂਡ ਦਾ ਆਰਡਰ ਹੁੰਦਾ ਹੈ, ਜੋ ਉੱਤੋਂ ਹਾਈ ਕਮਾਂਡ ਦਾ ਫੈਸਲਾ ਹੁੰਦਾ ਹੈ, ਕਿਉਂਕਿ ਉਹ ਬੜੇ ਵੱਡੇ ਵੱਡੇ ਦਿਮਾਗ ਹੈ ਜੋ ਦੇਸ਼ ਨੂੰ ਚਲਾ ਰਹੇ ਆ, ਦੇਸ਼ ਨੂੰ ਅੱਜ ਇੰਨੀਆਂ ਤਰੱਕੀਆਂ ਤੇ ਬੁਲੰਦੀਆਂ ਤੇ ਲੈ ਕੇ ਜਾ ਰਹੇ ਆ, ਉਹ ਪੰਜਾਬ ਲਈ ਜੋ ਵੀ ਫੈਸਲਾ ਕਰਨਗੇ ਵਰਕਰ ਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੁੰਦਾ। ਇਸੇ ਤਰ੍ਹਾਂ ਨਾ ਹੋ, ਕਿਉਂਕਿ ਜਿੱਦਾਂ ਪੰਜਾਬ ਦੀ ਦੇਖੀਏ ਤਾਂ ਪੰਜਾਬ ਦੀ ਜਿਹੜੇ ਸੈਂਟਰ ਦੇ, ਜੇ ਦਿੱਲੀ ਦੀ ਗੱਲ ਕਰੀਏ, ਹਮੇਸ਼ਾ ਰੇੜਕਾ ਰਹਿੰਦਾ ਹੈ, ਚਾਹੇ ਸੈਂਟਰ ਦੀ ਜਿਹੜੀ ਲੀਡਰਸ਼ਿਪ ਤੇ ਪੰਜਾਬ ਦੀ ਲੀਡਰਸ਼ਿਪ। ਜਿਹੜਾ ਕਿਸਾਨੀ ਸੰਘਰਸ਼ ਵੀ ਲੜਿਆ ਗਿਆ ਇਹਦੇ ਉੱਤੇ ਹੀ ਸੀਗਾ, ਕਿਉਂਕਿ ਸੈਂਟਰ ਕੁਛ ਆਈਡੀਓਲੋਜੀਆਂ ਹੋਰ ਬਣਾ ਦਿੰਦਾ, ਨੀਤੀਆਂ ਹੋਰ ਬਣਾ, ਪੰਜਾਬ ਦੀਆਂ ਲੋੜਾਂ ਹੋਣ, ਫਿਰ ਪੰਜਾਬ ਦੀ ਗੱਲ, ਪੰਜਾਬ ਦੇ ਲੋਕਾਂ ਦੀ ਗੱਲ ਕੌਣ ਕਰੇਗਾ?
ਬਿਲਕੁਲ ਮੈਂ ਉਸ ਗੱਲ ਤੇ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਸੈਂਟਰ ਤੇ ਪੰਜਾਬ ਦੇ ਸੂਬਿਆਂ ਦੇ ਵਿੱਚ ਜੇ ਕੋਈ ਰੌਲਾ ਹੈ ਉਹ ਕਾਂਗਰਸ ਦੇ ਵਿੱਚ ਹੋ ਸਕਦਾ ਹੈ, ਸੈਂਟਰ ਤੇ ਸੂਬਿਆਂ ਦੇ ਵਿੱਚ ਜੇ ਕੋਈ ਰੌਲਾ ਹੈ ਉਹ ਕਿਸੇ ਹੋਰ ਪਾਰਟੀਆਂ ਦੇ ਵਿੱਚ ਹੋ ਸਕਦਾ ਹੈ, ਪਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੂਬੇ ਤੇ ਸਟੇਟਾਂ ਦੇ ਵਿੱਚ ਕੋਈ ਰੌਲਾ ਨਹੀਂ, ਕਿਉਂਕਿ ਸਾਡੇ ਲਈ ਸਭ ਤੋਂ ਪਹਿਲਾਂ ਦੇਸ਼ ਹੈ, ਉਸ ਤੋਂ ਬਾਅਦ ਸੂਬੇ ਆ, ਉਸ ਤੋਂ ਬਾਅਦ ਸਾਡੀ ਪਾਰਟੀ ਆ, ਉਸ ਤੋਂ ਬਾਅਦ ਸਾਡਾ ਪਰਿਵਾਰ ਹੈ। ਬਿਲਕੁਲ ਕਲੀਅਰ ਆਈਡੀਓਲੋਜੀ ਹੈ। ਪਰ ਇੱਦਾਂ ਨਾ ਹੋਵੇ ਜਿਹੜੇ ਤੁਸੀਂ ਕਾਨੂੰਨ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਹੈ, ਉਹ ਖੇਤੀ ਕਾਨੂੰਨ ਇਕੱਲੇ ਪੰਜਾਬ ਲਈ ਨਹੀਂ ਬਣਾਏ ਸੀ, ਉਹ ਸਾਰੇ ਦੇਸ਼ ਲਈ ਬਣਾਏ ਸੀ। ਦੇਸ਼ ਦੇ ਵਿੱਚ ਇਕੱਲਾ ਕਣਕ ਤੇ ਝੋਨੇ ਦਾ ਕਿਸਾਨ ਨਹੀਂ ਹੈਗਾ, ਦੇਸ਼ ਦੇ ਵਿੱਚ ਫਰੂਟ ਦਾ ਕਿਸਾਨ ਵੀ ਹੈ, ਦੇਸ਼ ਦੇ ਵਿੱਚ ਵੈਜੀਟੇਬਲ ਦਾ ਕਿਸਾਨ ਵੀ ਹੈ, ਦੇਸ਼ ਦੇ ਵਿੱਚ ਤਿਲਹਨ ਵਾਲੀਆਂ ਫਸਲਾਂ ਦਾ, ਤੇਲ ਵਾਲੀਆਂ ਫਸਲਾਂ ਦਾ ਕਿਸਾਨ ਵੀ ਹੈ, ਦੇਸ਼ ਦੇ ਵਿੱਚ ਦੂਜੀਆਂ ਫਸਲਾਂ ਦਾ ਕਿਸਾਨ ਵੀ ਹੈ। ਉਹਨਾਂ ਸਾਰੇ ਕਿਸਾਨਾਂ ਨੂੰ ਧੁਰਾ ਰੱਖ ਕੇ ਉਹ ਪਾਲਿਸੀ ਬਣਾਈ ਗਈ ਸੀ, ਉਹ ਕਾਨੂੰਨ ਲੈ ਕੇ ਆਏ ਗਏ ਸੀ। ਠੀਕ ਹੈ ਕਿ ਸਾਡੇ ਲੋਕਾਂ ਨੂੰ ਲੱਗਿਆ ਕਿ ਉਹ ਕਾਨੂੰਨ ਸਾਡੇ ਹੱਕ 'ਚ ਨਹੀਂ ਤੇ ਉਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਗਿਆ। ਇਸ ਕਰਕੇ ਸੈਂਟਰ ਤੇ ਜਿਹੜਾ ਸੂਬਿਆਂ ਦਾ ਰੌਲਾ ਉਹ ਭਾਰਤੀ ਜਨਤਾ ਪਾਰਟੀ 'ਚ ਨਾ ਕਦੀ ਆਇਆ ਨਾ ਕਦੀ ਆਊਗਾ, ਕਿਉਂਕਿ ਹਮੇਸ਼ਾ ਲੋਕਾਂ ਦੀ ਗੱਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆਪਣੇ ਪੋਲੀਟੀਕਲ ਸਟਰਕਚਰ ਦੀ ਗੱਲ ਕੀਤੀ, ਇਸੇ ਤਰ੍ਹਾਂ ਇਹ ਵੀ ਦੇਖਣ 'ਚ ਆਇਆ ਜਦੋਂ ਇਹ ਲੋਕਾਂ ਦੀ ਗੱਲ ਜਾਂ ਕਿਸਾਨਾਂ ਨੇ ਆਪਣੀ ਗੱਲ ਰੱਖੀ, ਕੋਈ ਵੀ ਪੋਲੀਟੀਕਲ ਪਾਰਟੀ ਅੱਗੇ ਨਹੀਂ ਆ ਸਕੀ। ਲੋਕਾਂ ਨੂੰ ਉੱਠ ਕੇ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਉੱਠ ਕੇ ਜਿਹੜੀ ਆਪਣੀ ਆਵਾਜ਼ ਬੁਲੰਦ ਕਰਨੀ ਪਈ ਆ, ਔਰ ਸਿੱਧਾ ਨਾ ਸਿੱਧਾ ਕਿਤੇ ਨਾ ਦੋਸ਼ ਉਹਨਾਂ ਨੇ ਬੀਜੇਪੀ ਦੀ ਸੈਂਟਰ ਲੀਡਰਸ਼ਿਪ ਤੇ ਲਾਇਆ ਸੀ। ਗਲਤ ਨੀਤੀਆਂ ਨੇ, ਸਾਨੂੰ ਇਹ ਨਹੀਂ ਚਾਹੀਦੀਆਂ। ਜੇ ਇਸ ਤਰ੍ਹਾਂ ਦੀ ਸਥਿਤੀ ਕੱਲ ਨੂੰ ਪੰਜਾਬ 'ਚ ਵੀ ਸਰਕਾਰ ਬੀਜੇਪੀ ਦੀ ਹੋਏਗੀ ਤਾਂ ਫਿਰ ਉਹਨਾਂ ਲੋਕਾਂ ਲਈ ਕੌਣ ਲੜੇਗਾ? ਉਹ ਤਾਂ ਫਿਰ ਉਸੇ ਸਥਿਤੀ 'ਚ ਰਹਿ ਜਾਣਗੇ। ਜਿੱਥੇ ਸਟੇਟ ਦੀ ਗੱਲ ਆਊਗੀ, ਜਿੱਥੇ ਸਟੇਟ ਦੇ ਇਸ਼ੂਜ਼ ਦੀ ਗੱਲ ਆਊਗੀ, ਅੱਜ ਜੇ ਗੱਲ ਜਦੋਂ ਵੀ ਕਿਤੇ ਆਈ ਹੈ ਚੰਡੀਗੜ੍ਹ ਦੀ ਗੱਲ ਆ ਰਹੀ ਹੈ, ਬਿਲਕੁਲ ਸਾਡੇ ਪ੍ਰਧਾਨ ਜੀ ਦਾ ਕਲੀਅਰ ਸਟੈਂਡ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ, ਪੰਜਾਬ ਦਾ ਹੀ ਰਹਿਣਾ ਚਾਹੀਦਾ। ਜਿਸ ਤਰ੍ਹਾਂ ਜੇ ਹੋਰ ਕੋਈ ਵਿਸ਼ੇ ਜਿਹੜੇ ਸਟੇਟ ਦੇ ਹਿੱਤਾਂ ਦੇ, ਜਿਹੜੇ ਸਾਡੇ ਲੋਕਾਂ ਦੇ ਆ, ਕਿਉਂਕਿ ਅਸੀਂ ਪੰਜਾਬ 'ਚੋਂ ਉੱਠੇ ਆ, ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਸਾਡਾ ਫਰਜ਼ ਹੈ। ਸੋ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਾਂਗੇ। ਜਿਹੜੀ ਤੁਸੀਂ ਖੇਤੀ ਕਾਨੂੰਨਾਂ 'ਤੇ ਗੱਲ ਕਰ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਸੈਂਟਰ ਨੂੰ ਗੱਲ ਨਹੀਂ ਕੀਤੀ, ਮੈਂ ਉਸ ਗੱਲ ਦਾ ਖੁਦ ਗਵਾਹ ਬੈਠਾ। ਅਸੀਂ ਜਾ ਕੇ ਹਰ ਇੱਕ ਚੀਜ਼ ਉਹਨਾਂ ਨੂੰ ਦੱਸੀ ਆ। ਉਸੇ ਗੱਲ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ ਜਿੱਥੇ ਉਹ ਕਾਨੂੰਨ ਵਾਪਸ ਲਏ ਉੱਥੇ ਉਹਨਾਂ ਨੇ ਨਾਲ ਮਾਫੀ ਵੀ ਮੰਗੀ, ਕਿਉਂਕਿ ਮੈਂ ਜਿਸ ਤਰ੍ਹਾਂ ਕਿਹਾ ਇਹ ਕਾਨੂੰਨ ਇਕੱਲੇ ਪੰਜਾਬ ਲਈ ਨਹੀਂ ਸੀ, ਇਹ ਸਮੁੱਚੇ ਹਿੰਦੁਸਤਾਨ ਲਈ ਸੀ। ਅਸੀਂ ਹਿੰਦੁਸਤਾਨ ਦੇ ਸਾਰੇ ਕਿਸਾਨ ਦੀ ਜਿਹੜੀ ਪੋਜੀਸ਼ਨ ਹੈ ਉਸ ਬਾਰੇ ਰਿਵਿਊ ਕਰਨਾ, ਪਰ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਜਿੰਨਾ ਮੋਦੀ ਸਾਹਿਬ ਪਿਆਰ ਕਰਦੇ ਆ, ਕਿਉਂਕਿ ਮੈਂ ਪਰਸਨਲ ਉਹਨਾਂ ਨੂੰ ਹੁਣ ਤੱਕ ਕਿੰਨੀ ਵਾਰ ਮਿਲ ਚੁੱਕਿਆ, ਬਾਏ ਨੇਮ ਉਹਨਾਂ ਦਾ ਬੁਲਾਉਣਾ, ਮੈਨੂੰ ਇੰਨਾ ਮਾਣ ਸਤਿਕਾਰ ਦੇਣਾ, ਔਰ ਜੋ ਮੈਂ ਉਹਨਾਂ ਦੀ ਸੋਚ ਵੇਖੀ ਹੈ, ਜੋ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਆ, ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪਿਆਰ ਕਰਦੇ ਆ, ਉਹਨਾਂ ਲੋਕਾਂ ਨੂੰ ਦੂਰ ਨਾ ਹੋਣ ਉਹ ਸਾਡੇ ਤੋਂ, ਕਿਉਂਕਿ ਇੱਕ ਜਿਹੜਾ ਖਿੱਤਾ ਬਾਰਡਰ ਸਟੇਟ ਦਾ ਖਿੱਤਾ ਔਰ ਇੱਥੋਂ ਦੇ ਜਿਹੜੇ ਲੋਕ ਆ ਬੜੀਆਂ ਮੁਸੀਬਤਾਂ ਇਹ ਚੱਲਦੇ ਆ, ਬੜੀਆਂ ਇਹਨਾਂ ਤੇ ਪ੍ਰੋਬਲਮਸ, ਕਦੀ ਦੂਜੇ ਦੇਸ਼ਾਂ ਨਾਲ ਯੁੱਧ, ਕਦੇ ਟੈਰੋਰਿਜ਼ਮ ਇਸ ਦੀਆਂ ਸਰਹੱਦਾਂ ਰਾਹੀਂ, ਕਦੇ ਨਸ਼ੇ ਦੀ ਸਪਲਾਈ ਇਸ ਦੀਆਂ ਸਰਹੱਦਾਂ ਰਾਹੀਂ ਹੁੰਦੀ ਹੈ। ਇਸ ਖਿੱਤੇ ਨੂੰ ਸਪੈਸ਼ਲ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਪਿਆਰ ਕਰਦੇ ਆ। ਇਸ ਗੱਲ ਕਰਕੇ ਉਹਨਾਂ ਨੇ ਉਹ ਸਾਰੀ ਰਿਵਿਊ ਕਰਕੇ ਕਿ ਦੇਸ਼ ਦੇ ਵਿੱਚ ਇਹ ਕਾਨੂੰਨਾਂ ਦੇ ਨਾਲ ਫਾਇਦਾ ਕਿਹੜੇ ਕਿਸਾਨਾਂ ਨੂੰ ਹੋਊਗਾ, ਨੁਕਸਾਨ ਕਿੱਥੇ ਹੋ ਰਿਹਾ, ਉਹ ਸਾਰੀ ਗੱਲ ਨੂੰ ਰਿਵਿਊ ਕਰਕੇ ਉਹਨੂੰ ਵਾਪਸ ਲਿਆ। ਪਰ ਪੰਜਾਬ ਦੀ ਲੀਡਰਸ਼ਿਪ ਨੇ ਕਦੇ ਵੀ ਇਹ ਕੋਤਾਹੀ ਨਹੀਂ ਕੀਤੀ ਕਿ ਪੰਜਾਬ ਦੇ ਲੋਕਾਂ ਦੀ ਗੱਲ ਸੈਂਟਰ ਤੱਕ ਪਹੁੰਚਾਉਣ 'ਚ ਕਦੇ ਨਾਕਾਮੀ ਕੀਤੀ ਹੋਵੇ। ਜਾਂ ਦੂਜੀ ਤਾਂ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਬਾਰਡਰ ਰਾਹੀਂ ਸਾਰੇ ਇਹ ਸਮਗਲਿੰਗ ਹੁੰਦੀ ਹੈ, ਅਤੇ ਜਿਹੜੇ ਬਾਰਡਰ ਦਾ ਜਿਹੜਾ ਕੰਟਰੋਲ ਹੈ ਉਹ ਦੇਖੀਏ ਤਾਂ ਸੈਂਟਰ ਏਜੰਸੀਆਂ ਦੇ ਹੁੰਦਾ ਹੈ, ਪਰ ਉਹੀ ਤੁਸੀਂ ਦੋਸ਼ ਲਾ ਰਹੇ ਆ ਵੀ ਉੱਥੋਂ ਹੁੰਦਾ ਤਾਂ ਫਿਰ ਕੀ ਸੈਂਟਰ ਉਹਦੇ ਵਿੱਚ ਦੋਸ਼ ਨਹੀਂ ਹੈ? ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਬੜੀ ਅੱਛੀ ਗੱਲ ਹੈ, ਪਰ ਜਿਹੜਾ ਨਸ਼ਾ ਸਪਲਾਈ ਹੁੰਦਾ ਬਾਰਡਰ ਅੱਜ ਬਿਲਕੁਲ ਸੀਲ ਨਹੀਂ ਸੀਗਾ ਹੈਗਾ, ਕੋਈ ਦੁਬਾਰਾ ਨਹੀਂ ਕੀਤੀਆਂ ਹੋਈਆਂ। ਤੁਸੀਂ ਪੰਜਾਬ ਆਪਾਂ ਇੱਥੋਂ ਆਪਣੇ ਨਾਲ ਸਾਰਾ ਬਾਰਡਰ ਹੈ, ਹਰ ਸਮੇਂ ਹਰ ਸੈਨਿਕ ਹਰ ਜਗ੍ਹਾ 1-1 ਇੰਚ ਤੇ ਬੈਠਾ ਨਹੀਂ ਹੁੰਦਾ। ਰਾਤ ਨੂੰ ਕਿਤੋਂ ਵੀ ਨਸ਼ੇ ਦੇ ਸਦਾਗਰ ਹੈ ਜਿਹੜੇ ਉਹ ਖੇਪ ਸਪਲਾਈ ਕਰਦੇ ਆ। ਇਸੇ ਕਰਕੇ ਔਰ ਸਾਡੇ ਜਿਹੜੇ ਇੱਥੇ ਦੇਸ਼ ਦੇ ਵਿੱਚ ਬੈਠੇ ਹੋਏ ਦੇਸ਼ ਦੇ ਜਿਹੜੇ ਨੌਜਵਾਨੀ ਦੇ ਦੋਖੀ, ਦੇਸ਼ ਦੇ ਦੋਖੀ ਲੋਕ ਨੇ, ਉਹ ਪਾਰਟੀਆਂ 'ਚ ਵੀ ਬੈਠੇ ਆ, ਉਹ ਪ੍ਰਸ਼ਾਸਨ 'ਚ ਵੀ ਬੈਠੇ ਆ, ਉਹਨਾਂ ਦੇ ਥਰੂ ਉਹ ਨਸ਼ਾਗਾਹ ਲੋਕਾਂ ਤੱਕ ਪਹੁੰਚਦਾ ਸੀ। ਇਸੇ ਕਰਕੇ ਅੱਜ ਕਿਉਂਕਿ ਟੈਕਨੀਕ ਦਾ ਯੁੱਗ ਹੈ, ਟੈਕਨੋਲੋਜੀ ਬਦਲ ਗਈ ਹੈ, ਅੱਜ ਡਰੋਨ ਦੇ ਰਾਹੀਂ ਸਪਲਾਈ ਹੋ ਰਹੇ ਹਥਿਆਰ, ਡਰੋਨ ਦੇ ਰਾਹੀਂ ਨਸ਼ਾ ਸਪਲਾਈ ਕੀਤਾ ਜਾ ਰਿਹਾ, ਔਰ ਇੱਕ ਡਰੋਨ ਦੀ ਜਿਹੜੀ ਰੇਂਜ ਆ ਉਹ 40-40 45-45 ਕਿਲੋਮੀਟਰ ਤੱਕ ਹੈ। ਇਸੇ ਕਰਕੇ ਸੈਂਟਰ ਨੇ ਜਿਹੜਾ ਪਹਿਲਾਂ 5 ਕਿਲੋਮੀਟਰ ਤੱਕ ਦਾ BSF ਦਾ ਏਰੀਆ ਸੀ ਉਹਨੂੰ ਵਧਾ ਕੇ 50 ਕਿਲੋਮੀਟਰ ਕੀਤਾ। ਇਕੱਲੇ ਪੰਜਾਬ 'ਚ ਨਹੀਂ ਕੀਤਾ, ਸਾਰੇ ਹਿੰਦੁਸਤਾਨ 'ਚ ਕੀਤਾ, ਤੇ ਉਹਦੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ ਰਹੇ ਆ। ਕਿੰਨੇ 100 ਕਰੋੜ ਦੀ ਉਹ ਜਿਹੜੀ ਹੈਰੋਇਨ ਵਗੈਰਾ ਨਸ਼ੇ ਦੀ ਜਿਹੜੀ ਹੈ ਉਹ ਖੇਪਾਂ ਅੱਜ BSF ਫੜ ਰਹੀ ਹੈ। ਤੇ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਜਿਸ ਦਿਨ ਮੈਂ ਇੱਕ ਗੱਲ ਤੁਹਾਨੂੰ ਵਿਸ਼ਵਾਸ ਦਿਵਾਉਣਾ, ਭਾਰਤੀ ਜਨਤਾ ਪਾਰਟੀ ਦੀ ਜਿਸ ਦਿਨ ਪੰਜਾਬ 'ਚ ਸਰਕਾਰ ਆ ਗਈ, ਇੱਥੋਂ ਦੇ ਜਿਹੜੇ ਨਸ਼ੇ ਦੇ ਵੱਡੇ ਮਗਰਮੱਛ ਹੈ ਉਹ ਵੀ ਜੇਲ੍ਹਾਂ 'ਚ ਦੇਖਣਗੇ। ਜੋ ਬੇਅਦਬੀ ਦੇ ਜਿਹੜੇ ਅੱਜ ਤੱਕ ਦੋਸ਼ੀ ਜਿਨ੍ਹਾਂ ਨੇ ਰਾਜਨੀਤੀ ਕੀਤੀ ਆ ਉਹਨਾਂ ਇਸ਼ੂਜ਼ 'ਤੇ
ਉਹ ਜਿਹੜੇ ਉਹ ਬੇਅਦਬੀ ਦੇ ਦੋਸ਼ੀ ਉਹ ਵੀ ਜੇਲ੍ਹਾਂ 'ਚ ਦਿਖਣਗੇ, ਕਿਉਂਕਿ ਮੋਦੀ ਸਾਹਿਬ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੋਚ ਹੈ ਉਹ ਇਸ਼ੂਜ਼ ਨੂੰ ਖੜਾ ਰੱਖਣਾ ਨਹੀਂ ਹੈਗਾ। ਸਾਡੀ ਸੋਚ ਹੈ ਉਹ ਇਸ਼ੂਆਂ ਨੂੰ ਡਿਜ਼ੋਲਵ ਕਰਨਾ, ਉਹਨਾਂ ਦਾ ਹੱਲ ਕਰਨਾ, ਲੋਕਾਂ ਦੇ ਵਿੱਚ ਉਹ ਮਸਲਿਆਂ ਨੂੰ ਹੱਲ ਕਰਕੇ ਜਾਣਾ। ਇਹਦੀਆਂ ਉਦਾਹਰਨਾਂ ਪਈਆਂ 370 ਦੇ ਨਾਂ ਤੇ ਕਿੰਨਾ ਲੰਬੇ ਸਮੇਂ ਤੋਂ ਚਰਚਾ ਚੱਲੀ ਆਉਂਦੀ ਸੀ, ਪਰ ਉਹ ਫੈਸਲਾ ਕੋਈ ਨਹੀਂ ਸੀ। ਰਾਮ ਮੰਦਿਰ ਦੇ ਨਾਮ ਤੇ ਕਦੋਂ ਤੋਂ ਰਾਜਨੀਤੀ ਹੋ ਰਹੀ ਸੀ, ਪਰ ਉਹਦੇ ਤੇ ਫੈਸਲਾ ਕੋਈ ਨਹੀਂ ਸੀ। ਦੇਸ਼ ਦੇ 3 ਤਲਾਕ ਤੇ ਕਦੋਂ ਤੋਂ ਚਰਚਾ ਚੱਲੀ ਆ ਰਹੀ ਸੀ, ਪਰ ਉਹਦੇ ਤੇ ਕਦੇ ਕੋਈ ਫੈਸਲਾ ਨਹੀਂ ਸੀ। ਅੱਜ ਜਿਹੜਾ ਦੇਸ਼ 'ਚ ਪ੍ਰਧਾਨ ਮੰਤਰੀ ਹੈ ਉਹਦੇ 'ਚ ਦ੍ਰਿੜਤਾ ਨਾਲ ਫੈਸਲੇ ਲੈਣ ਦੀ ਸਮਰੱਥਾ ਹੈ। ਸੋ ਪੰਜਾਬ ਦੇ ਜਿਹੜੇ ਇਸ਼ੂ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਆ, ਆਉਣ ਵਾਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੇ ਮੈਂ ਵਿਸ਼ਵਾਸ ਦਿਵਾਉਣਾ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਉਹ ਮਸਲਿਆਂ ਨੂੰ ਹੱਲ ਕਰਕੇ ਪੰਜਾਬ ਦੇ ਲੋਕਾਂ ਨੂੰ ਨਿਆਂ ਦਿੱਤਾ ਜਾਊਗਾ। ਪੰਜਾਬ ਦੇ ਲੋਕ ਜੋ ਚਾਹੁੰਦੇ ਆ ਉਸ ਤਰ੍ਹਾਂ ਦਾ ਰਾਜ ਪੰਜਾਬ ਦੇ ਵਿੱਚ ਦਿੱਤਾ ਜਾਊਗਾ। ਬਹੁਤ ਬਹੁਤ ਧੰਨਵਾਦ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ? ਮੇਰੇ ਨਾਲ ਮੇਰੇ ਵੀਰ ਨੇ ਜੋ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ, ਬਿਲਕੁਲ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਹੈ ਕੰਮ ਕਰਨਾ ਔਰ ਕਰਕੇ ਦੱਸਣਾ। ਸਾਡੀ ਕੋਈ ਇਦਾਂ ਦੀ ਨੀਤੀ ਨਹੀਂ ਹੈ ਕਿ ਕਹਿਣਾ ਕੁਛ ਆ ਤਾਂ ਕਰਨਾ ਕੁਛ ਆ। ਸੋ ਅਸੀਂ ਜੋ ਜਿਸ ਚੀਜ਼ ਦੇ ਲਈ ਲੱਗੇ ਹੋਏ ਆ, ਜੋ ਅਸੀਂ ਸੋਚ ਰੱਖੀ ਹੈ ਕਿ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ, ਪੰਜਾਬ ਦੀ ਕਿਸਾਨੀ ਨੂੰ ਬਚਾਉਣਾ, ਪੰਜਾਬ ਦੇ ਲੋਕਾਂ ਨੂੰ ਬਚਾਉਣਾ, ਤੇ ਸਾਨੂੰ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਹੋਕਾ ਦੇਣਾ ਪੈਣਾ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ 'ਚ ਬਣਾਉਣੀ ਆ। ਔਰ ਜੋ ਸਾਰੇ ਬਾਕੀ ਸੂਬਿਆਂ 'ਚ ਮੋਦੀ ਜੀ ਨੇ ਇੰਨੀਆਂ ਵਧੀਆ ਸਕੀਮਾਂ, ਇੰਨੀਆਂ ਵਧੀਆ ਸਹੂਲਤਾਂ ਦਿੱਤੀਆਂ, ਉਹ ਸਾਡੇ ਲੋਕਾਂ ਨੂੰ ਵੀ ਮਿਲਣ ਔਰ ਸਾਡਾ ਜਿਹੜਾ ਸੂਬਾ ਹੈ ਤਰੱਕੀ ਕਰੇ। ਇਹੀ ਇੱਕ ਸਾਡੀ ਮਨਸ਼ਾ ਹੈ। ਜੇ ਬਲਾਚੌਰ ਹਲਕੇ ਦੀ ਆਪਾਂ ਗੱਲ ਕਰ ਲਈਏ ਪਿਆ, ਅੱਜ ਜਿਸ ਤਰ੍ਹਾਂ ਅੱਜ ਵੀ ਇੱਥੇ ਰੈਲੀ ਕੀਤੀ ਗਈ ਪਿਆ, ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਬੀਜੇਪੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਾਂ ਹੋਰ ਕੀ ਨੀਤੀਆਂ ਲੈ ਕੇ ਆ ਰਹੇ ਹਾਂ ਜੀ? ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਸਾਡਾ ਇਸ ਵੇਲੇ ਜੋ ਮਕਸਦ ਹੈ, ਪਾਰਟੀ ਦੇ ਕੀ ਆਈਡੀਓਲੋਜੀ ਆ, ਮੋਦੀ ਜੀ ਦੀਆਂ ਕੀ ਸਕੀਮਾਂ ਆ ਲੋਕਾਂ ਦੇ ਲਈ, ਆਮ ਲੋਕਾਂ ਦੇ ਲਈ, ਘਰ ਘਰ ਉਹ ਲੋਕਾਂ ਦੇ ਤੱਕ ਪਹੁੰਚਾਉਣੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਕਿਉਂਕਿ ਇੱਥੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ, ਸਕੀਮਾਂ ਸਾਰੀਆਂ ਸੈਂਟਰ ਸਰਕਾਰ ਦੀਆਂ ਆਉਂਦੀਆਂ ਸੀ, ਲੇਕਿਨ ਉਹਨਾਂ ਦੇ ਮੋਹਰਾਂ ਜਿਹੜੀਆਂ ਕਾਂਗਰਸ ਸਰਕਾਰ ਆਪਣੀ ਲਗਾ ਕੇ ਲੋਕਾਂ ਨੂੰ ਦੱਸੀ ਜਾ ਰਿਹਾ ਸੀ, ਉਹ ਵੀ ਪੂਰੀਆਂ ਇਹਨਾਂ ਨੇ ਜਿਹੜੀਆਂ ਨਹੀਂ ਪੂਰੀਆਂ ਕੀਤੀਆਂ। ਕਿਉਂਕਿ ਤੁਹਾਨੂੰ ਪਤਾ ਹੈ ਕਰੋਨਾ ਕਾਲ ਦੇ ਵਿੱਚ ਕਿੰਨਾ ਰਾਸ਼ਨ ਮੋਦੀ ਜੀ ਨੇ ਭੇਜਿਆ, ਇਹਨਾਂ ਨੇ ਉਸ ਨੂੰ ਡੰਪ ਕਰਕੇ ਸਾਰਾ ਖੁਰਦ-ਬੁਰਦ ਕਰ ਦਿੱਤਾ, ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ। ਲੇਕਿਨ ਸਾਡਾ ਇਹੀ ਇੱਕ ਮਨਸ਼ਾ ਹੈ ਕਿ ਜੋ ਬਾਕੀ ਦੇਸ਼ ਨੂੰ ਸਹੂਲਤਾਂ ਮਿਲ ਰਹੀਆਂ ਉਹ ਸਾਡੇ ਪੰਜਾਬ ਨੂੰ ਵੀ ਸਹੂਲਤਾਂ ਮਿਲ, ਔਰ ਸਾਡਾ ਬੀਜੇਪੀ ਦਾ ਇੱਕ ਵਰਕਰ ਜਿਹੜਾ ਇੱਕ ਸਿਪਾਹੀ ਆ ਇਸ ਚੀਜ਼ ਤੇ ਪਹਿਰਾ ਦੇਗਾ ਔਰ ਲੋਕਾਂ ਨੂੰ ਇਸ ਚੀਜ਼ ਲਈ ਜਾਗਰੂਕ ਕਰਾਂਗੇ ਔਰ ਇੱਕ ਵੋਟ ਆ ਜਿਹੜੀ ਬੀਜੇਪੀ ਦੇ ਹੱਕ 'ਚ ਭੁਗਤਾ ਕੇ ਆਪਣੀ ਸਰਕਾਰ ਪੰਜਾਬ ਚ ਨਿਰੋਲ ਸਰਕਾਰ ਬਣਾਵਾਂਗੇ। ਇਹ ਸਨ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਵਰਿੰਦਰ ਕੌਰ ਥਾਂਦੀ ਜੀ ਤੇ ਚੀਮਾ ਸਾਹਿਬ, ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਬੀਜੇਪੀ ਸਰਕਾਰ ਹੈ ਹਾਲ ਦੀ ਘੜੀ 117 ਸੀਟਾਂ ਦੇ ਉੱਤੇ ਜਿਹੜੀ ਆਪਣੀ ਤਿਆਰੀ ਕਰਦੀ ਪਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਵੀ ਸੈਂਟਰ ਦੀ ਲੀਡਰਸ਼ਿਪ ਕਹੇਗੀ, ਜੇ ਕਿਸੇ ਪਾਰਟੀ ਨਾਲ ਸਮਝੌਤਾ ਕਰਨਾ ਤਾਂ ਕਰਨੇ ਤੋਂ ਬਾਅਦ ਜਿੱਦਾਂ ਵੀ ਨਿਰਦੇਸ਼ ਆਉਣਗੇ, ਆਪਣੀਆਂ ਨੀਤੀਆਂ ਜਿਹੜੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀਆਂ ਨੀਤੀਆਂ ਹੈਗੀਆਂ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਉਣਗੇ ਤੇ ਕੋਸ਼ਿਸ਼ ਕਰਨਗੇ ਜਿਹੜੇ ਪੰਜਾਬ ਦੇ ਵਿੱਚ ਹੈ ਉਹ ਬੀਜੇਪੀ ਦੀ ਸਰਕਾਰ ਬਣਾਈ ਜਾਵੇ, ਤਾਂ ਜੋ ਸੈਂਟਰ ਨਾਲ ਤਾਲਮੇਲ ਕਰਕੇ ਪੰਜਾਬ ਦੇ ਵਿੱਚ ਜੋ ਕਮੀਆਂ ਹੈਗੀਆਂ ਨੇ, ਘਾਟੀਆਂ ਹੈਗੀਆਂ ਨੇ, ਪੰਜਾਬ ਨੂੰ ਜਿਹੜਾ ਆ ਖੁਸ਼ਹਾਲੀ ਵੱਲ ਲਿਜਾਇਆ ਜਾਵੇ। ਜਿਸ ਤਰ੍ਹਾਂ ਇਹ ਨਾਰਾ ਵੀ ਦੇ ਰਹੇ ਨੇ, ਇਹ ਨਵਾਂ ਪੰਜਾਬ ਜਿਹੜੇ ਬਣਾਉਣ ਦਾ ਸੁਪਨਾ ਇਹ ਲੋਕਾਂ ਦੇ ਵਿੱਚ ਜਿਹੜਾ ਜ਼ਮੀਨੀ ਪੱਧਰ ਉੱਤੇ ਲੈ ਕੇ ਜਾਣਗੇ। ਬਲਾਚੌਰ ਹਲਕੇ ਤੋਂ ਪੁਲਿਸ ਅਫਸਰ, ਰਿਟਾਇਰਡ ਪੁਲਿਸ ਅਫਸਰ ਅਸ਼ੋਕ ਭੱਟ ਜੀ ਨੇ ਜਿਸ ਤਰ੍ਹਾਂ ਬੀਜੇਪੀ ਜੁਆਇਨ ਕਰਕੇ ਹੁਣ ਆਪਣਾ ਜਿਹੜਾ ਚੋਣ ਰਾਜਨੀਤਿਕ ਜਿਹੜਾ ਸਫ਼ਰ ਸ਼ੁਰੂ ਕੀਤਾ ਹੈ, ਹੁਣ ਸਾਡੇ ਨਾਲ ਮੌਜੂਦ ਹੈਗੇ ਨੇ ਭੱਟ ਸਾਹਿਬ। ਜਿਸ ਤਰ੍ਹਾਂ ਅੱਜ ਹੁਣ ਪਹਿਲਾਂ ਬੜੀਆਂ ਇਲਾਕੇ ਵਿੱਚ ਤੁਹਾਨੂੰ ਲੈ ਕੇ ਕਿਆਸ ਰਾਈਆਂ ਸੀਗੀਆਂ ਵੀ ਭੱਟ ਸਾਹਿਬ ਕਿੱਧਰ ਜਾਣਗੇ, ਕੀ ਕਰਨਗੇ, ਹੁਣ ਤੁਸੀਂ ਪ੍ਰੋਪਰ ਹੁਣ ਜਿਹੜੀ ਪਾਰਟੀ ਜੁਆਇਨ ਕਰਕੇ ਆ ਗਏ ਆ, ਕਿੱਦਾਂ ਮਹਿਸੂਸ ਕਰਦੇ ਆ, ਕਿੱਦਾਂ ਜਿਹੜੀ ਚੋਣ ਮੁਹਿੰਮ ਹੁਣ ਸ਼ੁਰੂ ਕੀਤੀ ਹੋਈ ਹੈ? ਵੈਸੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਕਾਫੀ ਦੇਰ ਤੋਂ ਲੋਕਾਂ ਨੂੰ ਕਿਆਸ ਰਾਈ ਨਾਲ ਲਾਉਂਦੇ ਸੀ ਵੀ ਕਿੱਧਰ ਜਾਂਦੇ ਆ, ਕੀ ਕਰਦੇ ਆ। ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਅਸੀਂ ਬੜੀ ਪੇਸ਼ੈਂਸ ਰੱਖੀ, ਸਾਰਿਆਂ ਦਾ ਹੋਮਵਰਕ ਕਰਕੇ ਫਿਰ ਅਸੀਂ ਪਾਰਟੀ ਜੁਆਇਨ ਕੀਤੀ ਹੈ। ਤੇ ਹੁਣ ਜਿਹੜੀ ਆ ਸਾਡੀ ਦੇਸ਼ ਭਗਤ ਪਾਰਟੀ ਨੂੰ ਜੁਆਇਨ ਕੀਤਾ ਅਸੀਂ, ਜੋ ਅਸੀਂ ਚਾਹੁੰਦੇ ਸੀ ਉਹੀ ਜਿਹੀ ਪਾਰਟੀ ਹੈ। ਸਹੀ ਢੰਗ ਨਾਲ, ਸਹੀ ਇਮਾਨਦਾਰੀ ਨਾਲ, ਵਧੀਆ ਦਲੇਰੀ ਨਾਲ ਕੰਮ ਕਰਦੇ ਆ, ਤੇ ਅਸੀਂ ਇਹਨਾਂ ਨੂੰ ਹੁਣ ਜੁਆਇਨ ਕਰ ਦੇਖੀਏ ਤਾਂ ਇਸ ਪਾਰਟੀ ਦਾ ਕਿਸਾਨ ਸੰਘਰਸ਼ ਨੂੰ ਲੈ ਕੇ ਵੀ ਹੁਣ ਬੜਾ ਵਿਰੋਧ ਹੁੰਦਾ ਵੀ ਰਿਹਾ। ਤੁਹਾਨੂੰ ਕੀ ਖਾਸੀਅਤ ਲੱਗੀ ਵੀ ਤੁਸੀਂ ਇਹੀ ਪਾਰਟੀ ਜੁਆਇਨ ਕੀਤੀ? ਜਦ ਕਿ ਦੇਖੀਏ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਪੁਰਾਣੀਆਂ ਹੈਗੀਆਂ, ਨਵੀਆਂ ਗਠਿਤ ਹੋਣ ਦੀ ਵੀ ਜਿਹੜੀ ਚਰਚਾ ਹੈਗੀ, ਨਵੀਆਂ ਜਾਂ ਹੈਵੀ ਨੇ। ਦੇਖੋ, ਜਿਹੜਾ ਕੀ ਲੱਗਣ ਵਾਲੀ ਗੱਲ ਹੈ ਨਾ, ਉਹਦੇ ਤਾਂ ਬਹੁਤ ਸਾਰੀਆਂ ਗੱਲਾਂ ਨੇ। ਨਾ ਕਰਨ ਵਾਲੀ ਸਭ ਤੋਂ ਵੱਡੀ ਗੱਲ ਇਹ ਸੀ ਕਿਸਾਨ ਜਿਹੜਾ ਚੱਲਦਾ ਪਿਆ ਸੀ। ਇਹ ਸਾਡੇ ਕੋਲ ਬਹੁਤ ਦੇਰ ਤੋਂ ਆਏ, ਚੀਮਾ ਸਾਹਿਬ ਵੀ ਆਏ ਸੀਗੇ, ਮੈਡਮ ਸਾਂਝੀ ਵੀ ਆਏ ਸੀ ਪਹਿਲਾਂ। ਅਸੀਂ ਇਹਨਾਂ ਨੂੰ ਰਿਕੁਐਸਟ ਇਹੀ ਕੀਤੀ ਸੀ ਵੀ ਸਾਨੂੰ ਬੀਜੇਪੀ ਦੇ ਸਾਰੇ ਕੰਮ ਪਸੰਦ ਨੇ, ਸਾਨੂੰ ਪਤਾ ਹੈ ਵੀ ਸਾਰਾ ਕੰਮ ਸਹੀ ਹੈ ਇਹਨਾਂ ਦਾ, ਪਰ ਜਿਹੜਾ ਕਿਸਾਨ ਵਿੰਗ ਵਾਲਾ ਹੈ ਨਾ ਉਹ ਕੰਮ ਨਹੀਂ ਅਜੇ ਠੀਕ ਹੋ ਰਿਹਾ।
ਤੇ ਉਹਦੇ ਕਰਕੇ ਅਸੀਂ ਡਿਲੇ ਕੀਤੀ ਤੇ ਉਹ ਹੁਣ ਦੇਖੋ ਉਹਦਾ ਹੱਲ ਹੋ ਗਿਆ। ਮੋਦੀ ਜੀ ਨੇ ਵੱਡਾ ਦਿਲ ਦਿਖਾਇਆ ਤੇ ਨਾਲੇ ਮਾफ़ी ਮੰਗ ਲਈ ਤੇ ਕਿਸਾਨ ਵਾਪਸ ਲੈ ਲਏ ਬਿੱਲ, ਸਾਰਾ ਮਸਲਾ ਹੱਲ ਹੋ ਗਿਆ। ਬਾਕੀ ਤਾਂ ਸਾਰੇ ਕੰਮ 370 ਲੈ ਲਓ, 3 ਤਲਾਕ ਲੈ ਲਓ, ਰਾਮ ਮੰਦਰ ਲੈ ਲਓ, ਵੱਡੇ ਫੈਸਲੇ ਜਿਹੜੇ ਕੋਈ ਨਹੀਂ ਸੀ ਕਰ ਸਕਿਆ ਉਹ ਇਹਨਾਂ ਨੇ ਕਰ ਦਿੱਤੇ। ਪਾਕਿਸਤਾਨ ਨੇ ਥੋੜ੍ਹੀ ਜਿਹੀ ਹਿੰਮਤ ਦਿਖਾਈ, ਉਹ ਘਰ 'ਚ ਜਾ ਕੇ ਮਾਰ ਕੇ ਆਏ ਉਹਨਾਂ ਨੂੰ। ਉਹ ਤੋਂ ਬਾਅਦ ਉਹਨਾਂ ਦੀ ਹਿੰਮਤ ਨਹੀਂ ਪਈ ਮੁੜ ਕੇ ਹਿੰਦੁਸਤਾਨ ਵੱਲ ਨੂੰ ਅੱਖ ਕਰਨ। ਇਹ ਤੋਂ ਪਹਿਲਾਂ ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ 26/11 ਜਦੋਂ ਬੰਬੇ ਹਮਲਾ ਹੋਇਆ ਸੀ ਤੇ ਸਾਡੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ, ਉਹ ਸਾਡਾ ਜਲੂਸ ਕੱਢ ਕੇ ਨਿਕਲ ਗਿਆ ਉੱਧਰ ਨੂੰ। ਇਹੋ ਜਿਹੀ ਸਰਕਾਰਾਂ ਦਾ ਕੀ ਫਾਇਦਾ ਜੇ ਸੈਂਟਰ ਤਕੜਾ ਨਾ ਹੋਵੇ, ਤੁਹਾਡਾ ਲੀਡਰ ਤਕੜਾ ਨਾ ਹੋਵੇ, ਤੁਹਾਡਾ ਪ੍ਰਧਾਨ ਮੰਤਰੀ ਤਕੜਾ ਨਾ ਹੋਵੇ, ਚੰਗੀ ਨੀਅਤ ਵਾਲਾ ਨਾ ਹੋਵੇ, ਠੋਸ ਇਰਾਦੇ ਵਾਲਾ ਨਾ ਹੋਵੇ, ਉਦੋਂ ਉਸ ਪਾਰਟੀ ਨੂੰ ਜੁਆਇਨ ਕਰਨ ਦਾ, ਉਹਨਾਂ ਨਾਲ ਕੰਮ ਕਰਨ ਦਾ ਕੋਈ ਮਜ਼ਾ ਨਹੀਂ ਆਉਂਦਾ। ਜਿਸ ਤਰ੍ਹਾਂ ਤੁਸੀਂ ਠੋਸ ਇਰਾਦੇ ਦੀ ਤਕੜੇ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਮੋਦੀ ਜੀ, ਇਹਦੇ ਕਰਕੇ ਜਾਣੇ ਜਾਂਦੇ ਆ, ਪਰ ਤਕੜਾ ਕਈ ਵਾਰੀ ਧੱਕਾ ਵੀ ਕਰ ਜਾਂਦਾ, ਜਿੱਦਾਂ ਕਿਸਾਨ ਕਾਨੂੰਨਾਂ ਦੇ ਵਿੱਚ ਕੀਤਾ ਗਿਆ। ਕਿਸਾਨ ਕਾਨੂੰਨ ਚਲੋ ਰਲ ਕੇ ਜਦੋਂ ਪੰਜਾਬ ਲੜਿਆ, ਕਿਸਾਨ ਮਜ਼ਦੂਰ ਆਪਣੀ ਆਵਾਜ਼ ਜਦੋਂ ਬੁਲੰਦ ਕੀਤੀ ਹੈ ਤਾਂ ਉਹਨਾਂ ਨੂੰ ਸਮਝ ਆਈ। ਉਹ ਵਾਪਸ ਤੁਸੀਂ ਵੀ ਕਹਿੰਦੇ ਵੀ ਅਸੀਂ ਵੀ ਇਸ ਗੱਲ ਤੇ ਅਟਕੇ ਹੋਏ ਸੀਗੇ। ਹਰ ਬੰਦੇ ਨੇ ਜਦੋਂ ਆਵਾਜ਼ ਉਠਾਈ ਤਾਂ ਇਕੱਠੇ ਹੋ ਕੇ ਜਿਹੜੀ ਗੱਲ, ਤੇ ਇਸੇ ਤਰ੍ਹਾਂ ਹੁਣ ਜਿੱਦਾਂ ਇਸ ਧੱਕੇ ਦੀ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਹੁਣ ਗੱਲਾਂ ਚਰਚਾ ਆਈਆਂ। ਜਿਸ ਤਰ੍ਹਾਂ ਤੁਸੀਂ ਧਾਰਾ 370 ਦੀ ਗੱਲ ਕੀਤੀ, ਇਹਦੀ ਵੀ ਗੱਲ ਦੁਬਾਰਾ ਤੋਂ ਉੱਠਣ ਲੱਗ ਪਈ ਹੈ ਵੀ ਇਹ ਵੀ ਇੱਕ, ਚਾਹੇ ਉਹ ਕਸ਼ਮੀਰ ਨਾਲ ਸੀਗਾ, ਪੰਜਾਬ ਨਾਲ ਨਹੀਂ, ਵੀ ਇਹ ਵੀ ਇੱਕ ਧੱਕਾ ਸੀਗਾ ਜਾਂ ਹੋਰ ਲੈ ਕੇ ਕਿ ਇੱਦਾਂ ਨਾ ਹੋਵੇ ਵੀ ਅਸੀਂ ਹੁਣ ਰਲ ਮਿਲ ਕੇ ਇਸ ਗੱਲ ਤੋਂ ਖੁਸ਼ ਹੋ ਕੇ ਉਹਨਾਂ ਦੀ ਸਰਕਾਰ ਬਣਾ ਦਈਏ ਜਾਂ ਉਹ ਸਰਕਾਰ 'ਚ ਸ਼ਾਮਲ ਹੋ ਜਾਈਏ, ਕੱਲ੍ਹ ਨੂੰ ਫਿਰ ਧੱਕੇ ਹੋਣ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। 370 ਨੂੰ ਆਪਾਂ ਧੱਕਾ ਨਹੀਂ ਕਹਿ ਸਕਦੇ, ਉਹ ਤਾਂ ਉਲਟਾ ਸਾਡੇ ਦੇਸ਼ ਨਾਲ ਧੱਕਾ ਸੀ। ਮੇਰੇ ਦੇਸ਼ ਦੀ ਜਿਹੜੀ ਇੱਕ ਸਟੇਟ ਹੈ ਉਹ ਮੇਰੇ ਦੇਸ਼ ਦਾ ਝੰਡਾ ਨਹੀਂ ਲਾ ਰਹੀ, ਉੱਥੇ ਮੇਰੇ ਦੇਸ਼ ਦਾ IPC ਲਾਗੂ ਨਹੀਂ ਹੋ ਰਹੀ, ਇੰਡੀਅਨ ਪੀਨਲ ਕੋਡ ਲਾਗੂ ਨਹੀਂ ਹੋ ਰਹੀ, ਮੇਰੇ ਦੇਸ਼ ਦਾ ਉੱਥੇ ਅਫਸਰ ਭਰਤੀ ਨਹੀਂ ਹੋ ਸਕਦਾ, ਉਹਨਾਂ ਦਾ ਸਾਡੇ ਨਹੀਂ ਆ ਸਕਦਾ, ਫਿਰ ਉਹ ਸਾਡਾ ਕਾਹਦਾ ਦੇਸ਼ ਹੋਇਆ? ਉਹ ਤਾਂ ਦੂਜੇ ਦੇਸ਼ ਵਾਲੀ ਗੱਲ ਹੋ ਗਈ ਨਾ, ਹੈ ਸਾਡਾ ਦੇਸ਼ ਹੈ ਉਹ ਸਾਰਾ ਉਹਨਾਂ ਨੇ ਖਤਮ ਕਰ ਦਿੱਤਾ। ਉਹਨੂੰ ਆਪਾਂ ਸਹੀ ਕਹਿ ਸਕਦੇ ਦੇਸ਼ ਹਿੱਤ ਦੇ ਵਿੱਚ ਫੈਸਲਾ ਕੀਤਾ ਗਿਆ। ਹਾਂ, ਕੋਈ ਜਿਵੇਂ ਕਿਸਾਨੀ ਵਾਲਾ ਮਸਲਾ, ਜਿੱਦਾਂ ਮਸਲਾ ਉਹਦੇ 'ਚ ਅਸੀਂ ਵੀ ਨਾਲ ਖੜ੍ਹੇ ਸੀ ਕਿਸਾਨਾਂ ਦੇ, ਅਸੀਂ ਵੀ ਛੋਟੇ ਮੋਟੇ ਕਿਸਾਨ ਹੈਗੇ ਆ। ਅਤੇ ਉੱਥੇ ਜਿੱਥੇ ਸਾਨੂੰ ਵੀ ਲੱਗਦਾ ਸੀ ਵੀ ਨਹੀਂ ਠੀਕ ਨਹੀਂ ਹੋਇਆ, ਉੱਥੇ ਮੋਦੀ ਸਾਹਿਬ ਨੇ ਦੇਖ ਲਓ ਕਿੱਡਾ ਵੱਡਾ ਦਿਲ ਦਿਖਾਤਾ ਸਾਰਿਆਂ ਦਾ, ਉਹਨੂੰ ਬੜੇ ਹੌਸਲੇ ਨਾਲ ਮਾफ़ੀ ਮੰਗ ਕੇ ਵਾਪਸ ਲੈ ਲਿਆ ਕੇਸ। ਤੇ ਜਿਸ ਤਰ੍ਹਾਂ ਤੁਸੀਂ ਕਿਸਾਨੀ ਸੰਘਰਸ਼ ਲਈ ਵੀ ਹਾਂ ਦਾ ਨਾਰਾ ਮਾਰਿਆ, ਤੁਸੀਂ ਕਿਹਾ ਵੀ ਅਸੀਂ ਵੀ ਇਸ ਗੱਲ ਤੇ ਅੜੇ ਹੋਏ ਸੀਗੇ, ਇੱਦਾਂ ਹੁਣ MSP ਦਾ ਮੁੱਦਾ ਅੱਗੇ ਖੜਾ ਹੋਇਆ, ਉਹਨੂੰ ਲੈ ਕੇ ਜਾਂ ਹੋਰ ਜਿਹੜੇ ਕਿਸਾਨੀ ਸੰਘਰਸ਼ ਜਾਂ ਲੋਕਾਂ ਦੀ ਜਿਹੜੀ ਪੰਜਾਬ ਦੇ ਲੋਕਾਂ ਦੀ ਗੱਲ ਹੈ, ਉਹ ਤੁਸੀਂ ਪਾਰਟੀ 'ਚ ਰਹਿ ਕੇ ਜਾਂ ਪੰਜਾਬ ਦੀ ਨੁਮਾਇੰਦਗੀ ਕਰਕੇ ਜਾਂ ਇਲਾਕੇ ਦੀ ਨੁਮਾਇੰਦਗੀ ਕਰਕੇ ਉਹ ਕਿੱਦਾਂ ਕਰੋਗੇ ਤੇ ਕੀ ਕਰਨ ਜਾ ਰਹੇ ਹੋ ਜੀ? ਨਹੀਂ, ਦੇਖੋ ਜਿਵੇਂ ਮੈਂ ਪਹਿਲਾਂ ਚੀਮਾ ਸਾਹਿਬ ਨੇ ਬੜਾ ਕਲੀਅਰ ਕੀਤਾ, ਜਿੱਥੇ ਸਟੇਟ ਦੇ ਮਸਲੇ ਨੇ ਉੱਥੇ ਅਸੀਂ ਸਟੇਟ ਦੇ ਨਾਲ ਹੋਵਾਂਗੇ, ਜਿੱਥੇ ਸੈਂਟਰ ਦੇ ਮਸਲੇ ਸੈਂਟਰ ਨਾਲ ਹੋਊਗਾ। ਦੇਖੋ ਸਟੇਟ ਔਰ ਸੈਂਟਰ ਦੇ ਮਸਲੇ ਸਦਾ ਹੀ ਚੱਲਦੇ ਰਹਿੰਦੇ ਆ, ਛੋਟੇ ਮੋਟੇ ਮਸਲਿਆਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਰਹਿੰਦਾ। ਅਸੀਂ ਸਟੇਟ ਦਾ ਜਿੱਥੇ ਹੋਊਗਾ ਉੱਥੇ ਸਟੇਟ ਦੇ ਨਾਲ ਹਾਂ, ਜਿੱਥੇ ਸੈਂਟਰ ਦਾ ਉੱਥੇ ਸੈਂਟਰ ਦੇ ਨਾਲ ਹਾਂ। ਤੇ ਜੇ ਆਪਾਂ ਆਪਣੇ ਬਲਾਚੌਰ ਹਲਕੇ ਦੀ ਗੱਲ ਕਰ ਲਈਏ ਤੇ ਕਾਫੀ ਉਮੀਦਾਂ ਹੈਗੀਆਂ ਲੋਕਾਂ, ਕਿਉਂਕਿ ਜਿਹੜੀ ਪਰੰਪਰਾਗਤ ਪਾਰਟੀਆਂ ਨੂੰ ਇੱਥੇ ਵੀ ਵਾਰੀ ਜਿੱਦਾਂ ਪੰਜਾਬ ਦੇ ਵਿੱਚ ਆਉਂਦੇ ਨੇ, ਉਹੀ ਤਕਰੀਬਨ ਪਾਰਟੀਆਂ ਦਾ ਰਾਜ ਰਿਹਾ ਹੁਣ ਤੱਕ। ਤੇ BJP ਨੂੰ ਲੈ ਕੇ ਜਾਂ ਕੁਝ ਹੋਰ ਨਵੀਆਂ ਪਾਰਟੀਆਂ ਲੈ ਕੇ ਤੁਸੀਂ BJP ਦੇ ਵਿੱਚ ਆ ਗਏ ਆ ਇੱਕ ਆਸ਼ਾ ਦੇ ਨਾਲ, ਤੁਸੀਂ ਕਹਿੰਦੇ ਵੀ ਸਾਡੀ ਗੱਲ ਵੀ ਹੋ ਗਈ ਹੈ ਸਾਰੀ, ਵੀ ਜਦੋਂ ਵੀ ਅਸੀਂ ਜਿਹੜੀਆਂ ਗੱਲਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ, ਕਿਉਂਕਿ ਤੁਸੀਂ ਪੁਲਿਸ ਦੇ ਵਿੱਚ ਵੀ ਰਹੇ ਆ, ਸਾਰੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਤੇ ਕੀ ਬਲਾਚੌਰ ਇਲਾਕੇ ਦੇ ਵਿੱਚ ਤੁਹਾਨੂੰ ਰਿਸਪੌਂਸ ਜਾਂ BJP ਨੂੰ ਇਹ ਦੇਖਿਆ ਅੱਜ ਤੱਕ ਕਦੀ ਪਹਿਲਾਂ ਇੰਨਾ ਝੁਕਾ ਨਹੀਂ ਸੀਗਾ, ਹੁਣ ਚਲੋ ਤੁਹਾਡੇ ਵਰਗੇ ਲੋਕ ਇੱਧਰ ਨੂੰ ਆਏ ਤਾਂ ਕੀ BJP ਨੂੰ ਜਿਹੜੀ ਹੈ ਉਹ ਇਕੱਲਿਆਂ, ਜਿਸ ਤਰ੍ਹਾਂ ਹਾਲ ਦੀ ਘੜੀ ਕਿਹਾ ਜਾ ਰਿਹਾ ਵੀ 117 ਸੀਟਾਂ ਲੜੇਗੀ, ਜਾਂ ਕਿ ਭਾਈਵਾਲ ਪਾਰਟੀਆਂ ਨਾਲ ਆ ਜਾਣਾ ਚਾਹੀਦਾ BJP ਨੂੰ ਤਾਂ ਫਾਇਦਾ ਹੋ ਜਾਏਗਾ ਜੀ? ਨਹੀਂ, ਦੇਖੋ ਵੈਸੇ ਤਾਂ ਇਹਨਾਂ ਨੇ ਡਿਕਲੇਅਰ ਕੀਤਾ ਵੀ ਅਸੀਂ 117 ਸੀਟਾਂ ਹੀ ਲੜਾਂਗੇ। ਕੁਛ ਦਿਨ ਪਹਿਲਾਂ 15 ਦਿਨ 20 ਦਿਨ ਪਹਿਲਾਂ ਦੀ ਗੱਲ ਕਰ ਲਓ, ਹੁਣ ਦੀ ਗੱਲ ਕਰ ਲਓ, ਜ਼ਮੀਨ ਅਸਮਾਨ ਦਾ ਫਰਕ ਹੈ। ਜਿਹੜੇ ਬੰਦੇ ਸਿੱਧੇ BJP ਨਹੀਂ ਆਉਣਾ ਚਾਹੁੰਦੇ ਸੀ, ਕੈਪਟਨ ਸਾਹਿਬ ਦੇ ਥਰੂ ਆਉਣਾ ਚਾਹੁੰਦੇ ਸੀ ਜਾਂ ਢੀਂਡਸਾ ਸਾਹਿਬ ਦੇ ਥਰੂ ਆਉਣਾ ਚਾਹੁੰਦੇ, ਉਹ ਸਾਰੇ ਹੁਣ ਸਿੱਧੇ BJP 'ਚ ਆ ਰਹੇ। ਤੁਸੀਂ ਦੇਖ ਰਹੇ ਹੋ ਕਿੰਨੀ ਚੇਂਜ ਹੋ ਰਹੀ ਹੈ। ਸੋ ਪਾਰਟੀ ਦਾ ਜਿਹੜਾ ਸਿਸਟਮ ਹੀ ਬਦਲ ਗਿਆ। ਜਦੋਂ ਦਾ ਕਿਸਾਨ ਅੰਦੋਲਨ ਦਾ ਵਾਲਾ ਮਸਲਾ ਹੱਲ ਹੋਇਆ ਪੰਜਾਬ ਦਾ, ਇੱਕ ਉਹਨੂੰ ਕਲੇਸ਼ ਕਹਿ ਸਕਦੇ ਹਾਂ, ਉਹ ਖਤਮ ਹੋ ਗਿਆ। ਉਸ ਤੋਂ ਬਾਅਦ ਪਾਰਟੀ ਪ੍ਰਤੀ ਜਿਹੜੀ ਲੋਕਾਂ ਦੀ ਭਾਵਨਾ ਸੀ, ਲੋਕਾਂ ਦੀ ਜਿਹੜੀ ਸੋਚ ਸੀ, ਉਹਦੇ 'ਚ ਬਹੁਤ ਫਰਕ ਪਿਆ। ਤਾਂ ਮੈਨੂੰ ਲੱਗਦਾ ਹੈ ਵੀ ਪਾਰਟੀ ਇੰਡੀਵਿਜੂਅਲ ਤੌਰ 'ਤੇ ਜਿਵੇਂ ਉਹ ਪਹਿਲਾਂ ਤੋਂ ਉਹਨਾਂ ਨਾਲ ਜੋ ਅਲਾਇੰਸ ਹੈ ਉਹ ਤਾਂ ਰੱਖਣਾ ਹੀ ਇਹਨਾਂ ਨੇ, ਉਹ ਤੋੜਦੇ ਨਹੀਂ ਉਹਨਾਂ ਨੂੰ, ਜਿਹੜੀ ਗੱਲ ਹੋਈ ਹੈ। ਪਰ ਫਿਰ ਪਾਰਟੀ ਇਸ ਪੋਜੀਸ਼ਨ 'ਚ ਹੈ ਕਿ ਹੁਣ ਉਹ ਇਕੱਲਿਆਂ ਹੀ ਲੜੂਗੀ ਅਤੇ ਸਰਕਾਰ ਬਣਾਊਗੀ, ਦੇਖ ਲਓ ਤੁਸੀਂ। ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਪਾਰਟੀ ਇਕੱਲਿਆਂ ਲੜਨ ਦੀ ਸਥਿਤੀ 'ਚ ਹੈਗੀ, ਪਰ ਜਿੱਦਾਂ ਦੇਖੀ ਜਿਹੜੀ ਪਹਿਲੀ BJP ਦੀ ਭਾਈਪਾਲ ਪਾਰਟੀ ਸੀਗੀ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦਾ ਵੀ ਰੇੜਕਾ ਸਿਰਫ ਕਾਨੂੰਨਾਂ ਨੂੰ ਲੈ ਕੇ ਹੀ ਸੀਗਾ, ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ, ਉਹਨਾਂ ਨਾਲ ਵੀ ਦੁਬਾਰਾ ਤੋਂ ਜਾ ਸਕਦੇ ਜਾਂ ਫਾਇਦੇ 'ਚ ਹੋਏਗਾ? ਦੇਖੋ ਇਹ ਪਾਰਟੀ ਹਾਈ ਕਮਾਂਡ ਦੇ ਲੈਵਲ ਦੀਆਂ ਗੱਲਾਂ ਨੇ, ਮੇਰੇ ਜਾਂ ਉਸ ਲੈਵਲ ਦੀ ਗੱਲ ਹੈ ਨਹੀਂ ਇਹ। ਇਹਦੇ 'ਚ ਕਿਉਂਕਿ ਰੇੜਕਾ ਤਾਂ ਵੈਸੇ ਇੱਕੋ ਹੀ ਗੱਲ ਦਾ ਸੀਗਾ, ਕੋਈ ਜ਼ਿਆਦਾ ਹੋਰ ਵੱਡਾ ਤਾਂ ਹੈ ਨਹੀਂ ਸੀ। ਇਹ ਬਾਅਦ 'ਚ ਹਾਈ ਕਮਾਂਡ ਨੇ ਡਿਸਾਈਡ ਕਰਨਾ ਵੀ ਕੀ ਕਰਨਾ ਹੈ, ਇਹਦੇ ਬਾਰੇ ਮੈਂ ਕੁਛ ਬਹੁਤਾ ਨਹੀਂ ਕਹਿ ਸਕਦਾ।
ਤੇ ਜੇ ਆਪਾਂ ਦੇਖੀਏ ਚਾਹੇ ਇੰਡੀਵਿਜੂਅਲੀ ਚਾਹੇ ਕਿਸੇ ਵੀ ਨਾਲ ਸਮਝੌਤਾ ਉਹਦਾ ਪਾਰਟੀ ਦਾ ਹੈ, ਤੁਸੀਂ ਆਪਣੀਆਂ ਨੀਤੀਆਂ ਨੂੰ ਲੈ ਕੇ ਆਪਣੀ ਸੋਚ ਨੂੰ ਲੈ ਕੇ ਜਿਹੜਾ ਅੱਗੇ ਚੱਲੂਗੇ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਤੁਸੀਂ ਪੁਲਿਸ ਦੇ ਵਿੱਚ ਵੀ ਪੰਜਾਬ ਦੇ ਵਿੱਚ ਲੰਮਾ ਸਮਾਂ ਰਹੇ ਆ, ਸਾਰੀਆਂ ਸਮੱਸਿਆਵਾਂ ਨੂੰ ਤੁਸੀਂ ਸਮਝਦੇ। ਪੰਜਾਬ ਦੀ ਜਿਹੜੀਆਂ ਇਹ ਸਮੱਸਿਆਵਾਂ ਅਸਲ ਦੇ ਵਿੱਚ ਹੱਲ ਕਿੱਦਾਂ ਹੋ ਸਕਦੀਆਂ, ਕਿੱਦਾਂ ਵੀ ਸਰਕਾਰ ਜੇ ਕੰਮ ਕਰੇ, ਕਿਉਂਕਿ ਮੇਨ ਤਾਂ ਜਿਹੜਾ ਫਿਰ ਵੀ ਅਫਸਰਸ਼ਾਹੀ ਨਾਲ ਕੰਮ ਕਰਨਾ ਹੁੰਦਾ, ਇਹਨੂੰ ਕਿੱਦਾਂ ਚੇਂਜ ਕੀਤਾ ਜਾ ਸਕਦਾ ਸਿਸਟਮ ਨੂੰ? ਇਹਦਾ ਤਾਂ ਦੇਖੋ ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਦਾ ਵੀ ਨੀਅਤ ਹੈ ਨਾ, ਜਿਹੜੀ ਨੀਅਤ, ਜੇ ਮੇਰੀ ਨੀਅਤ ਸਾਫ਼ ਹੈ ਤਾਂ ਮੇਰੇ ਜ਼ਿਲ੍ਹੇ 'ਚ ਕੋਈ ਗੜਬੜ ਨਹੀਂ ਕਰ ਸਕਦਾ। ਮੈਂ ਬਤੌਰ SSP ਕੰਮ ਕੀਤਾ। ਜਦੋਂ ਮੈਂ ਪਹਿਲੇ ਦਿਨ ਜਾ ਕੇ ਕਹਿੰਦਾ ਸੀ ਵੀ ਜੇ ਕਿਸੇ ਨੇ ਗੜਬੜ ਕੀਤੀ ਹੈ ਤਾਂ ਸਜ਼ਾ ਮਿਲੂਗੀ ਸਾਰਿਆਂ ਨੂੰ, ਜਿਵੇਂ ਆਮ ਬੰਦੇ ਨੂੰ ਮਿਲਦੀ ਤੁਹਾਨੂੰ ਮਿਲੂਗੀ, ਅਤੇ ਕੋਈ ਗੜਬੜ ਨਹੀਂ ਕਰਦਾ ਸੀ। ਜਦੋਂ ਮੈਂ ਰਲ ਜਾਂਦਾ ਉਹਨਾਂ ਦੇ ਨਾਲ ਉਦੋਂ ਗੜਬੜ ਹੁੰਦੀ ਹੈ। ਜੇ ਸਾਡਾ ਪ੍ਰਧਾਨ ਮੰਤਰੀ ਕਲੀਅਰ ਕੱਟ ਕਹਿੰਦਾ ਹੈ, ਸਾਡਾ CM ਜਿਹੜਾ ਬਣਦਾ ਉਹ ਕਲੀਅਰ ਕੱਟ ਕਹਿੰਦਾ ਵੀ ਕੋਈ ਠੱਗੀ ਮਾਰਨ ਵਾਲੇ ਨੂੰ ਮੈਂ ਬਖਸ਼ਣਾ ਨਹੀਂ, ਜਿਹੜਾ ਕੋਈ ਨਸ਼ੇ ਬਚਾਊਗਾ ਮੈਂ ਛੱਡਣਾ ਨਹੀਂ, ਜਿਹੜਾ ਸ਼ਰਾਬ ਵਿਕਾਊਗਾ ਨਜਾਇਜ਼ ਮੈਂ ਛੱਡਣਾ ਨਹੀਂ, ਜਾਂ ਕੋਈ ਗਲਤ ਕੰਮ ਕਰੂਗਾ ਮਾਫੀਏ ਵਾਲਾ ਮੈਂ ਛੱਡਣਾ ਨਹੀਂ ਕਿਸੇ ਨੂੰ, ਤਾਂ ਸਾਰਾ ਕੁਝ ਖਤਮ ਹੋ ਜਾਣਾ। ਐਜ ਏ ਸਾਬਕਾ ਪੁਲਿਸ ਅਫਸਰ ਤੁਸੀਂ ਇਹ ਸਮਝਦੇ ਆ ਵੀ ਪੁਲਿਸ ਸਿਸਟਮ ਦੇ ਵਿੱਚ ਬੜੀਆਂ ਘਾਟਾਂ ਹੈਗੀਆਂ ਨੇ, ਜਾਂ ਅਫਸਰਸ਼ਾਹੀ ਦੇ ਉੱਪਰ ਜਿਹੜੀ ਡਿਕਟੇਟਰਸ਼ਿਪ ਹੁੰਦੀ ਹੈ ਉਹ ਕਿੰਨੀ ਕੁ ਭਾਰੀ ਪੈ ਜਾਂਦੀ ਹੈ ਵੀ ਤਾਂ ਜੋ ਉਹ ਜੇ ਚਾਹੁੰਦੇ ਹੋਏ ਵੀ ਇੱਕ ਇਮਾਨਦਾਰ ਅਫਸਰ ਜਿਹੜਾ ਕੰਮ ਨਾ ਕਰਨਾ ਹੋਵੇ, ਇਸ ਸਿਸਟਮ ਨੂੰ ਕਿੱਦਾਂ ਤੁਸੀਂ ਦੇਖੋਗੇ? ਉਹਦੇ ਵਿੱਚ ਰਹੇ ਆ ਤਾਂ ਜ਼ਰੂਰ ਇਸ ਬਾਰੇ ਦੱਸ ਸਕਦੇ ਆ। ਬਿਲਕੁਲ ਦੱਸ ਸਕਦਾ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵੀ ਵਾਕਿਆ ਹੀ ਤੁਹਾਡੀ ਗੱਲ ਸਹੀ ਹੈ। ਬਹੁਤ ਸਾਰੀਆਂ ਗੱਲਾਂ ਜਿਹੜਾ ਮੈਨੂੰ ਪਤਾ ਹੁੰਦਾ ਸੀ ਵੀ ਠੀਕ ਨਹੀਂ ਹੈ, ਪਰ ਜਿਹੜਾ ਇਹਦੇ ਲਈ ਸਿਫਾਰਿਸ਼ ਕਰ ਰਿਹਾ ਉਹ ਬੰਦਾ ਗਲਤ ਕਰ ਰਿਹਾ। ਉਹਦੇ ਸਿਸਟਮ ਕੀ ਹੈ, ਸਿਫਾਰਿਸ਼ ਕਰਨ ਦਾ ਕੀ ਸਿਸਟਮ ਹੈ? ਮੈਂ ਬਤੌਰ SSP ਕੰਮ ਕਰਦਾ, ਤਾਂ ਮੈਨੂੰ ਜੇ ਕਿਸੇ ਸਾਡੇ ਵੱਡੇ ਸੀਨੀਅਰ ਲੀਡਰ ਦਾ, CM ਦਾ, ਜਾਂ ਥੱਲੇ ਰੱਖ ਲਓ ਕਿਸੇ ਦਾ ਵੀ ਫੋਨ ਆਉਂਦਾ, ਤਾਂ ਉਹਨਾਂ ਦਾ ਫੋਨ ਆਉਂਦਾ ਜੀ ਇਹ ਸਾਡਾ ਬੰਦਾ ਹੈ, ਇਹਦੀ ਮਦਦ ਕਰਨੀ ਹੈ। ਉਹ ਬੰਦਾ ਚਾਹੇ ਮਰਡਰ ਕਰਕੇ ਆਇਆ ਹੋਵੇ। ਹੁਣ ਤੁਸੀਂ ਦੱਸੋ ਕਿੱਥੇ ਰਹਿ ਗਈ ਇਨਸਾਨੀਅਤ ਅਤੇ ਕਿੱਥੇ ਰਹਿ ਗਿਆ ਸਿਸਟਮ? ਸਿਸਟਮ ਦੇ ਵਿੱਚ ਗੜਬੜ ਉਦੋਂ ਹੁੰਦੀ ਜਦੋਂ ਬੰਦੇ ਇਹ ਜਦ ਹਾਂ ਇਹ ਕਹਿਣ ਵੀ ਇਹ ਬੰਦਾ ਸਹੀ ਹੈ ਜੀ, ਇਹਦੀ ਮਦਦ ਕਰੋ ਤੁਸੀਂ, ਫਿਰ ਸਾਰਾ ਕੁਝ ਸਿਸਟਮ ਠੀਕ ਹੋ ਜਾਂਦਾ। ਔਰ ਜੋ ਸਹੀ ਬੰਦੇ ਦੀ ਮਦਦ ਕਰਨ 'ਚ ਕੀ ਪ੍ਰੋਬਲਮ ਹੈ ਕਿਸੇ ਨੂੰ? ਜਿਹੜੀ ਇਹ ਡਿਕਟੇਟਰਸ਼ਿਪ ਹੈ ਭਾਰੀ ਪੈ ਜਾਂਦੀ ਹੈ। ਹੁਣ ਤੁਸੀਂ ਵੀ ਇਸ ਖੇਤਰ ਦੇ ਵਿੱਚ ਆ ਗਏ ਆ, ਤਾਂ ਕਿੱਦਾਂ ਲੱਗਦਾ ਵੀ ਤੁਸੀਂ ਫਿਰ ਕਿੱਦਾਂ ਵਿਚਰੋਗੇ ਇਸ ਸਿਸਟਮ 'ਚੋਂ, ਕਿੱਦਾਂ ਬਾਹਰ ਕਿੱਦਾਂ ਬਚਾ ਲੂਗੇ ਲੋਕਾਂ ਨੂੰ ਜੇ ਤੁਸੀਂ ਇਕੱਲੇ, ਕਿਉਂਕਿ ਭ੍ਰਿਸ਼ਟ ਤਾਂ ਸਾਰਾ ਸਿਸਟਮ ਹੋ ਚੁੱਕਿਆ ਜੀ। ਨਹੀਂ ਮੈਂ ਤਾਂ ਹੀ ਕਿਹਾ ਨਾ ਵੀ ਭ੍ਰਿਸ਼ਟ ਜਿਹੜੇ ਬਿਲਕੁਲ ਭ੍ਰਿਸ਼ਟ ਆ ਉਹਨਾਂ ਨਾਲ ਤਾਂ ਅਸੀਂ ਹੁਣ ਅੱਖ ਨਹੀਂ ਰਲਾਈ, ਉਹਨਾਂ ਨੂੰ ਤਾਂ ਛੱਡ ਹੀ ਦਿੱਤਾ ਵੀ ਤੁਹਾਡੇ ਨਾਲ ਸਾਡੀ ਨਹੀਂ ਗੱਲ ਸੁਣਦੇ। ਇਸ ਪਾਰਟੀ ਦਾ ਬਹੁਤ ਚੰਗਾ ਇਮੇਜ ਹੈ, ਦੇਸ਼ ਭਗਤ ਪਾਰਟੀ ਹੈ ਅਤੇ ਇਮਾਨਦਾਰੀ ਦੇ ਵਿੱਚ ਪੂਰੀ ਸਾਖ ਹੈ। ਇਹੋ ਜਿਹਾ ਪ੍ਰਧਾਨ ਮੰਤਰੀ ਉਹਦਾ ਜਿਹੜਾ 24 ਘੰਟਿਆਂ 'ਚ 18 ਘੰਟੇ ਕੰਮ ਕਰਦਾ ਹੋਵੇ। ਫਿਰ ਉਹਦੇ ਘਰ 'ਚ ਕਦੀ ਦੇਖਿਆ ਕਿ ਉਹਦੇ ਕਿਸੇ ਬੇਟੇ ਨੇ ਇੰਟਰਫੇਅਰ ਕੀਤਾ ਹੋਵੇ, ਉਹਦੇ ਕਿਸੇ ਪਰਿਵਾਰ ਦੇ ਮੈਂਬਰ ਨੇ ਇੰਟਰਫੇਅਰ ਕੀਤਾ ਹੋਵੇ? ਸਾਡੇ ਤਾਂ ਪਰਿਵਾਰ ਵਾਲੇ ਨਹੀਂ ਬਖਸ਼ਦੇ ਹੈਗੇ। ਇੱਕ ਲੀਡਰ ਹੁੰਦਾ 50 ਉਹਦੇ ਮਗਰ ਤੁਰੇ ਹੁੰਦੇ, ਉਹ ਬੱਚੇ ਨਹੀਂ ਬਖਸ਼ਦੇ। ਚਲੋ ਮੋਦੀ ਜੀ ਦਾ ਤਾਂ ਲੱਗਦਾ ਪਰਿਵਾਰ ਹੀ ਹੈ ਨਹੀਂ ਹੈ ਨਾ ਕਿਹਾ ਜਾਂਦਾ। ਤੇ ਦੂਸਰਾ ਜੇ ਮਾਂ ਬਾਪ ਕਿੰਨੇ ਨੇ, ਮਾਂ ਤਾਂ ਹੈ, ਬ੍ਰਦਰ ਨੇ ਸਾਰੇ। ਕਦੀ ਸੁਣਿਆ ਕਿਸੇ ਬਾਰੇ ਵੀ ਉਹ ਉਹਨਾਂ ਦੇ ਆ ਕੇ ਉੱਥੇ ਉਹਨੇ ਕਿਸੇ ਨੇ ਕੋਈ ਇੰਟਰਫੇਅਰ ਕੀਤਾ? ਉਹ ਤਾਂ ਚਲੋ ਗੁਜਰਾਤ 'ਚ ਹੀ ਰਹਿੰਦੇ ਨੇ, ਉਹ ਦੇਖੀਦਾ TV ਦੇ ਉੱਤੇ ਹੈ ਨਾ, ਉਹਨਾਂ ਦੇ ਕੀ ਹਾਲਾਤ ਹੈ ਉਹਨਾਂ ਨਾਲ ਵੀ ਬਹੁਤਾ ਰਾਬਤਾ ਤਾਂ ਉਹਨਾਂ ਦਾ ਹੈ ਨਹੀਂ, ਕਿਉਂਕਿ ਉਹ ਸਮਰਪਿਤ ਹੈਗੇ ਨੇ। ਚਲੋ ਇਸ ਗੱਲ ਨੂੰ ਅਸੀਂ ਪੋਜ਼ਿਟਿਵ ਹੀ ਲੈ ਲੈਂਦੇ ਹਾਂ, ਪਰ ਜਦੋਂ ਤੁਸੀਂ 18 ਘੰਟੇ ਦੀ ਗੱਲ ਕਹੀ ਹੈ, ਇਹ ਵੀ ਕਹਿਣ ਦੀ ਗੱਲ ਹੀ ਨਜ਼ਰ ਆਉਂਦੀ ਹੈ। ਜਾਂ ਤੁਸੀਂ ਕਿਹਾ ਵੀ ਜੋ ਕਹਿ ਦਿੰਦੇ ਨੇ ਉਹ ਕਰਦੇ ਨੇ, ਪਰ ਬਹੁਤ ਸਾਰੇ ਜਿੱਦਾਂ ਹੁਣ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਉਹਨਾਂ ਦੀ ਜਿਹੜੀ ਕਿਹਾ ਜਾਂਦਾ ਮੋਦੀ ਜੀ ਨੂੰ ਵੀ ਉਹ ਵੀ ਇੱਕ ਡਿਕਟੇਟਰ ਦੀ ਤਰ੍ਹਾਂ ਉਹਨਾਂ ਨੇ ਕੰਮ ਕੀਤਾ। ਜਦੋਂ ਦਿਲ ਕੀਤਾ ਕਾਨੂੰਨ ਲਾਗੂ ਕਰਤੇ, ਕਿਹਾ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਪਰ ਉਹ ਨਿਕਲੇ ਨਹੀਂ। ਜਦੋਂ ਦਬਾਅ ਬਣਿਆ ਤਾਂ ਫਿਰ ਵਾਪਸ ਲੈ ਲਏ। ਉਹ ਵੀ ਲੱਗਦਾ ਕਿਸੇ BJP ਦੇ ਲੀਡਰ ਨੂੰ ਵੀ ਨਹੀਂ ਪੁੱਛਿਆ ਹੋਣਾ ਜੀ। ਦੇਖੋ ਅਗਰ ਬੰਦਾ ਸਹੀ ਕੰਮ ਕਰਦਾ, ਜੇ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਗਲਤ ਫੈਸਲਾ ਲੈ ਲਿਆ, ਮੰਨ ਲਿਆ ਆਪਾਂ, ਉਹਨਾਂ ਨੂੰ ਲੱਗਿਆ ਕਿ ਗਲਤ ਫੈਸਲਾ ਲੈ ਲਿਆ, ਡਿਕਟੇਟਰ ਤੁਸੀਂ ਮੰਨਦੇ ਹੋ ਇਹਨੂੰ, ਉਹ ਡਿਕਟੇਟਰਸ਼ਿਪ ਹੋ ਗਈ। ਉਹ ਤੋਂ ਬਾਅਦ ਉਹਨਾਂ ਨੇ ਬਿਨਾਂ ਪੁੱਛਿਆ ਕਿਸੇ ਨੂੰ ਮਾਫੀ ਮੰਗ ਕੇ ਵਾਪਸ ਲੈ ਲਿਆ, ਉਹਨੂੰ ਫਿਰ ਆਪਾਂ ਡਿਕਟੇਟਰਸ਼ਿਪ ਥੋੜ੍ਹਾ ਕਹਿ ਸਕਦੇ ਹਾਂ। ਬੰਦੇ ਨੂੰ ਲੱਗਿਆ ਵੀ ਗਲਤ ਹੋ ਗਿਆ, ਉਹਨੇ ਮਾਫੀ ਮੰਗ ਕੇ ਵਾਪਸ ਲੈ ਲਿਆ, ਇਹਨੂੰ ਫਿਰ ਆਪਾਂ ਡਿਕਟੇਟਰਸ਼ਿਪ ਨਹੀਂ ਕਹਿ ਸਕਦੇ ਮੇਰੇ ਹਿਸਾਬ। ਪਰ ਚੁਣੇ ਹੋਏ ਪ੍ਰਧਾਨ ਮੰਤਰੀ ਹੈ ਨਾ ਜੀ, ਵੋਟਾਂ ਪੈਂਦੀਆਂ, ਸੰਗਠਨ ਹੈ, ਆਪਾਂ ਕਹਿ ਦਿੰਦੇ ਹਾਂ ਪਾਰਟੀਆਂ ਦੇ ਵਿੱਚ ਵੈਸੇ ਵੀ ਸਾਰਿਆਂ ਸੁਣੀ ਜਾਂਦੀ, ਪਰ ਦੇਖਣ 'ਚ ਨਹੀਂ। ਮੇਰਾ ਮਤਲਬ ਇੱਥੇ ਆ ਵੀ ਵੱਡੇ ਪਾਰਟੀਆਂ ਦਾਅਵੇ ਕਰਦੀਆਂ, ਲੀਡਰ ਵੀ ਗੱਲਾਂ ਦੇ ਵਿੱਚ ਵੱਡੇ ਅਸੀਂ ਦੇਖਿਆ ਸਟੇਜ, ਕਿਉਂਕਿ ਇਸੇ ਕਰਕੇ ਅਸੀਂ ਜਿਹੜਾ ਸੰਤਾਪ ਭੁਗਤਦੇ ਰਹੇ। ਇੱਥੇ ਤੱਕ ਵੀ ਕਿਹਾ ਜਾਂਦਾ ਵੀ 75 ਸਾਲ ਸਾਨੂੰ ਹੋ ਜਾਣੇ ਆਜ਼ਾਦ ਹੋਇਆਂ ਨੂੰ, ਪਰ ਜੋ ਸੁਪਨਾ ਸੀਗਾ ਸ਼ਹੀਦਾਂ ਦਾ, ਲੋਕਾਂ ਦੀਆਂ ਜੋ ਆਸਾਂ ਸੀਗੀਆਂ, ਉਹ ਤੋਂ ਬੜੀ ਦੂਰ ਹੈਗੇ ਆ। ਉਹ ਸੁਪਨਾ ਕਦੋਂ ਲੋਕ ਇੱਕ ਆਜ਼ਾਦੀ ਦਾ ਅਹਿਸਾਸ, ਆਪਣੀ ਕਹਿ ਲਓ ਪਾਵਰ ਦਾ ਅਹਿਸਾਸ ਕਦੋਂ ਤੱਕ ਹੋ ਜਾਏਗਾ? ਇਹ ਦੇਖੋ ਮੈਨੂੰ ਲੱਗਦਾ ਨਾ ਵੀ ਆਪਾਂ ਵੈਸੇ ਕਹਿ ਦਿੱਤਾ ਨਾ ਰੂਟੀਨ 'ਚ, ਵੀ ਉਹਨਾਂ ਨੇ ਲੱਗਿਆ ਤਾਂ ਉਹਨਾਂ ਨੇ ਵਾਪਸ ਲੈ ਲਿਆ। ਹੁਣ ਹੋ ਸਕਦਾ ਉਹਨਾਂ ਨੇ ਕੋਈ ਮੀਟਿੰਗ ਕੀਤੀ ਹੋਵੇ, ਕਿਸੇ ਨਾਲ ਸਲਾਹ ਕੀਤੀ ਹੋਵੇ, ਨਾ ਤੁਸੀਂ ਉੱਥੇ ਸੀ, ਨਾ ਮੈਂ ਉੱਥੇ ਸੀ, ਨਾ ਸਾਡੇ ਲੈਵਲ ਦੀ ਗੱਲ ਨਹੀਂ ਹੈ। ਅਸੀਂ ਤਾਂ ਜਸਟ ਇੱਕ ਸੁਣੀ ਸੁਣਾਈ ਗੱਲ 'ਤੇ ਗੱਲ ਕਰਦੇ ਹਾਂ। ਪਰ ਮੈਂ ਸਮਝਦਾ ਵੀ ਜੇ ਸਹੀ ਫੈਸਲੇ ਲਏ ਉਹਨਾਂ ਨੇ, ਕਿਸੇ ਵੀ ਢੰਗ ਨਾਲ ਫੈਸਲਾ ਲਿਆ,
ਤਾਂ ਬਿਲਕੁਲ ਸਹੀ ਹੈ। ਦੇਖਣ 'ਚ ਆਇਆ ਵੀ ਹਜੇ ਤੱਕ ਵੀ ਜਿਹੜਾ ਬੀਜੇਪੀ ਦਾ ਵਿਰੋਧ ਹੋ ਰਿਹਾ, ਲੋਕ ਕਹਿ ਰਹੇ ਵੀ ਸਾਨੂੰ ਸਾਲ ਜਿਹੜਾ ਬੀਜੇਪੀ ਨੇ ਰੋਲਿਆ, ਹੁਣ ਤੁਸੀਂ ਇਸ ਪਾਰਟੀ ਨੂੰ ਜੁਆਇਨ ਕਰ ਚੁੱਕੇ ਆ, ਪਿੰਡਾਂ ਨਾਲ ਜੁੜੇ ਹੋਏ ਆ, ਤਕਰੀਬਨ ਜਿਹੜਾ ਤੁਹਾਡਾ ਪਿੰਡ ਹੈ ਇਲਾਕੇ ਦਾ ਸਭ ਤੋਂ ਵੱਡਾ ਪਿੰਡ ਹੈ, ਜਦੋਂ ਪਿੰਡਾਂ 'ਚ ਜਾਓਗੇ ਕੀ ਲੱਗਦਾ ਤੁਹਾਨੂੰ ਕੋਈ ਰਿਸਪੌਂਸ ਮਿਲੇਗਾ ਜੀ? ਦੇਖੋ ਸਾਨੂੰ ਲੱਗਦਾ ਹੈ ਕਿ ਥੋੜ੍ਹਾ ਬਹੁਤ ਰਜੈਂਟਮੈਂਟ ਤਾਂ ਹੈ, ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਾਡੇ ਦਿਲ 'ਚ ਵੀ ਹੈ, ਹਰ ਬੰਦੇ ਦੇ ਦਿਲ 'ਚ ਹੁੰਦਾ ਵੀ ਯਾਰ ਸਾਲ ਸਾਨੂੰ ਉੱਥੇ ਸੰਤਾਪ ਭੋਗਣਾ ਪਿਆ, ਇਹਦੇ ਇਸ ਗੱਲ ਦਾ ਗੁੱਸਾ ਤਾਂ ਹੈ। ਪਰ ਜਦੋਂ ਸਾਰਾ ਕੁਝ ਆਲ ਇਜ਼ ਵੈਲ ਦੈਟ ਐਂਡ ਇਜ਼ ਵੈਲ, ਜੇ ਸਾਰਾ ਕੁਝ ਠੀਕ ਹੋ ਜਾਏ ਤਾਂ ਸਾਰਾ ਕੁਝ ਠੀਕ ਲੱਗਣ ਲੱਗ ਜਾਂਦਾ। ਮੈਨੂੰ ਲੱਗਦਾ ਹੈ ਵੀ ਮਿਹਨਤ ਜ਼ਰੂਰ ਕਰਨੀ ਪਊਗੀ। ਮੈਂ ਇਹ ਨਹੀਂ ਕਹਿੰਦਾ ਵੀ 100% ਹੀ ਲੋਕ ਸਾਡੇ ਨਾਲ ਹੋ ਜਾਣਗੇ, ਹਾਂ ਥੋੜ੍ਹੀ ਬਹੁਤ ਰਜੈਂਟਮੈਂਟ ਜ਼ਰੂਰ ਆਊਗੀ। ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਸਮਝਾਉਣ ਦੀ ਵੀ ਜਿੱਥੇ ਕੁਝ ਗਲਤ ਹੋਇਆ ਜਾਂ ਜਿੱਥੇ ਕੁਝ ਆਪਾਂ ਠੀਕ ਕਰ ਸਕਦੇ ਉਹਨੂੰ ਕੋਸ਼ਿਸ਼ ਕਰੀਏ ਅੱਗੇ ਰਲ ਮਿਲ ਕੇ। ਆਉਣ ਵਾਲੇ ਸਮੇਂ ਦੇ ਵਿੱਚ ਲੋਕ ਅਸ਼ੋਕ ਬਾਟ ਜੀ ਨੂੰ ਆਪਣੇ ਨੁਮਾਇੰਦੇ ਦੇ ਤੌਰ 'ਤੇ, ਵਿਧਾਇਕ ਦੇ ਤੌਰ 'ਤੇ ਦੇਖ ਸਕਦੇ ਆ, ਤੁਹਾਨੂੰ ਪਾਰਟੀ ਟਿਕਟ ਦੇ ਦੇਗੀ ਜੀ? ਨਹੀਂ, ਮੈਂ ਇੱਥੇ ਇਹ ਤਾਂ ਪਹਿਲਾਂ ਹੀ ਹੁਣ ਸਟੇਜ 'ਤੇ ਕਹਿ ਤਾ ਨਾ ਵੀ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਤੁਸੀਂ ਟਿਕਟ ਦਿਓ, ਮੈਨੂੰ ਤੁਸੀਂ MLA ਬਣਾਓ, ਮੈਨੂੰ ਕੋਈ ਇਸ ਗੱਲ ਦੀ ਉਹ ਨਹੀਂ ਹੈ ਬਹੁਤੀ ਇੱਛਾ। ਮੈਂ ਤਾਂ ਕਹਿੰਦਾ ਵੀ ਅੱਛੀ ਸਰਕਾਰ ਲਿਆਓ, ਚੰਗੇ ਪੰਜਾਬ ਦਾ ਸੋਚੋ। ਜਦੋਂ ਮੈਂ ਜੁਆਇਨ ਕੀਤਾ ਮੈਂ ਸਭ ਤੋਂ ਇੱਕੋ ਹੀ ਗੱਲ ਕਹੀ ਸਭ ਨੂੰ, ਯਾਰ ਪੰਜਾਬ ਨੂੰ ਬਚਾ ਲਓ ਰਲ ਮਿਲ ਕੇ, ਪੰਜਾਬ ਦਾ ਬਹੁਤ ਮਾੜਾ ਹਾਲ ਹੈ। ਦੇਖਣ 'ਚ ਆਉਂਦਾ ਜਿਹੜੇ ਪੋਲੀਟੀਕਲ ਪਾਰਟੀਆਂ ਸਾਡੇ ਵਰਗੇ ਜਜ਼ਬਾਤੀ ਲੋਕਾਂ, ਚੰਗੇ ਲੋਕਾਂ ਜਿਨ੍ਹਾਂ ਦਾ ਸਮਾਜ 'ਚ ਉਧਾਰ ਹੁੰਦਾ, ਉਹਨਾਂ ਨੂੰ ਨਾਲ ਤਾਂ ਲੈ ਲੈਂਦੀਆਂ, ਜਦੋਂ ਟਿਕਟ ਦੇਣ ਦੀ ਗੱਲ ਆਉਂਦੀ ਹੈ ਜਾਂ ਵਿਧਾਇਕ ਬਣਾਉਣ ਦੀ ਗੱਲ ਆਉਂਦੀ, ਮੰਤਰੀ ਬਣਾਉਣ ਦੀ ਗੱਲ ਤਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ। ਇਹ ਪਾਰਟੀਆਂ ਦਾ ਅੱਜ ਤੱਕ ਦਾ ਰਿਹਾ, ਕਿਤੇ ਇੱਦਾਂ ਨਾ ਹੋਵੇ ਕਿ ਅਸ਼ੋਕ ਬਾਟ ਜੀ ਨੂੰ ਵੀ ਯੂਜ਼ ਕਰ ਲਿਆ ਜਾਵੇ ਬਾਅਦ 'ਚ। ਦੇਖਣ 'ਚ ਆਉਂਦਾ ਕਿ ਬਹੁਤ ਸਾਰੇ ਅਫਸਰ ਪਹਿਲਾਂ ਵੀ ਇਸ ਇਲਾਕੇ 'ਚੋਂ ਆਏ ਆ, ਬਾਅਦ 'ਚ ਉਹਨਾਂ ਨੂੰ ਕਿਨਾਰੇ ਕਰ ਦਿੱਤਾ ਜਾਂਦਾ। ਦੇਖੋ ਪਾਰਟੀ ਸਹੀ ਕੰਮ ਕਰੇ, ਪੰਜਾਬ ਦਾ ਸਿਸਟਮ ਠੀਕ ਕਰ ਦੇਵੇ, ਮੈਨੂੰ ਕੋਈ ਲੋੜ ਨਹੀਂ MLA ਦੀ, ਲੋੜ ਨਹੀਂ ਮੈਨੂੰ ਮੰਤਰੀਸ਼ਿਪ ਦੀ, ਲੋੜ ਨਹੀਂ ਹੈ। ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ, ਨਸ਼ਿਆਂ ਤੋਂ ਬਚਾ ਲਓ, ਕਰਪਸ਼ਨ ਤੋਂ ਬਚਾ ਲਓ, ਜਿਹੜਾ ਗੁੰਡਾਗਰਦੀ ਹੁੰਦੀ ਪਈ ਹੈ ਇਹ ਤੋਂ ਬਚਾ ਲਓ, ਸੈਂਡ ਮਾਫੀਆ ਖਤਮ ਕਰ ਦਿਓ। ਜਿਹੜਾ ਇਹਦਾ ਇਨਕਮ ਹੈ ਸਟੇਟ ਦੇ ਖਾਤੇ ਜਾਵੇ। ਲੋਕਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ, ਮੁਲਾਜ਼ਮ ਕਿੱਦਾਂ ਧੱਕੇ ਖਾਂਦੇ ਫਿਰਦੇ ਵਿਚਾਰੇ, ਉਹ ਟੈਂਕੀਆਂ 'ਤੇ ਚੜ੍ਹੇ ਫਿਰਦੇ, ਹਜ਼ਾਰਾਂ ਬੰਦੇ ਬਹੁਤ ਮਤਲਬ ਕਠਿਨਾਈ ਵਿੱਚ ਨੇ ਸਾਰੇ ਬੰਦੇ, ਉਹਨਾਂ ਦਾ ਬਚਾਅ ਹੋ ਜਾਵੇ। ਮੈਨੂੰ ਨਹੀਂ ਬਹੁਤੀ ਕੋਈ ਇੱਛਾ ਇਸ ਗੱਲ ਦੀ। ਇਸੇ ਤਰ੍ਹਾਂ ਸਾਡੇ ਨਾਲ ਹੋਰ ਵੀ ਇਸ ਪਿੰਡ ਤੋਂ ਭਾਈ ਸਾਹਿਬ ਹੈਗੇ। ਅੱਜ ਦੀ ਜਿਹੜੀ ਇਹ ਮੀਟਿੰਗ ਹੈ ਤੁਸੀਂ ਦੇਖਦੇ ਆ ਅਸ਼ੋਕ ਸਾਹਿਬ ਨੇ ਇੱਕ ਫੈਸਲਾ ਲਿਆ ਆ, BJP ਦੇ ਨਾਲ ਚੱਲਿਆ, ਤਾਂ ਕਿੱਦਾਂ ਦੇਖਦੇ ਆ ਵੀ ਅੱਜ ਦੀ ਇਸ ਮੀਟਿੰਗ ਨੂੰ ਜੀ? ਇਹ ਬਿਲਕੁਲ ਸਹੀ ਫੈਸਲਾ ਹੈ ਔਰ ਇਹ ਫੈਸਲਾ ਲੈਣ ਵਾਸਤੇ ਅਸੀਂ ਬੜੀ ਮਿਹਨਤ ਕੀਤੀ ਹੈ, ਬੜਾ ਟਾਈਮ ਅਸੀਂ ਦੋਨੋਂ ਬ੍ਰਦਰ ਹੈ। ਕਿਵੇਂ ਇਹਨੂੰ ਕਰਨਾ ਹੈ, ਕਿੱਥੇ ਜਾਣਾ ਹੈ, ਜਾਂ ਆਪਣੇ ਲੋਕਾਂ ਨੂੰ ਕਿਵੇਂ ਮੋਟੀਵੇਟ ਕਰਨਾ ਹੈ, ਕਿਸੇ ਚੰਗੀ ਪਾਰਟੀ ਨਾਲ ਕਿਵੇਂ ਜੁੜਨਾ ਹੈ, ਇਹ ਸਾਰਾ ਕੁਝ ਕਰਨ ਤੋਂ ਬਾਅਦ ਹੀ ਅੱਜ ਇਸ ਮੁਕਾਮ 'ਤੇ ਅਸੀਂ ਆਏ ਹਾਂ। ਇਸੇ ਕਰਕੇ ਅਸੀਂ BJP ਜੁਆਇਨ ਕੀਤੀ ਹੈ। ਤੇ ਜਿੱਦਾਂ ਤੁਸੀਂ ਪਹਿਲਾਂ ਵੀ ਸਰਗਰਮ ਹੈਗੇ ਸੋਸ਼ਲ ਵਰਕਰ ਦੇ ਤੌਰ 'ਤੇ ਵੀ, ਭਾਈ ਸਾਹਿਬ ਵੀ ਤੁਹਾਡੇ ਨਾਲ, ਤੇ ਲੋਕਾਂ ਦੇ ਵਿੱਚ ਤੁਸੀਂ ਵਿਚਰ ਰਹੇ ਆ, ਲੋਕਾਂ ਦਾ ਕੀ ਰਿਸਪੌਂਸ ਹੈਗਾ, ਲੋਕ ਕੀ ਚਾਹੁੰਦੇ ਨੇ, ਜਾਂ ਤੁਹਾਡਾ ਜਿਹੜਾ ਇਹ ਫੈਸਲਾ ਲਿਆ BJP ਜਾਣ ਦਾ ਕਿੱਦਾਂ ਦਾ ਰਿਐਕਸ਼ਨ ਹੈ ਲੋਕਾਂ ਦਾ ਜੀ? ਰਿਐਕਸ਼ਨ ਦੇਖੋ, ਸਟਾਰਟਿੰਗ ਹੀ ਸਾਡੀ ਇਸ ਗੱਲੋਂ ਹੋਈ ਸੀ ਵੀ ਅਸੀਂ ਆਪ ਦੇ ਪਿੰਡ ਤੋਂ, ਆਪਣੇ ਲੋਕਾਂ ਤੋਂ ਸਲਾਹ ਲੈ ਕੇ ਚੱਲੇ ਸੀ। ਪਹਿਲਾਂ ਤਾਂ ਇਹ ਪੁਲਿਸ ਅਫੀਸਰ ਹੋਣ ਤੋਂ ਬਾਅਦ ਤੁਸੀਂ ਪੋਲੀਟੀਸ਼ੀਅਨ 'ਚ ਆਉਂਦੇ, ਤੁਹਾਨੂੰ ਬੜਾ ਕੁਛ ਦੇਖਣਾ ਪੈਂਦਾ। ਜੇ ਤੁਸੀਂ ਠੀਕ ਠਾਕ ਸਮਝਦੇ ਹੋ ਵੀ ਮੈਂ ਇਸ ਕਾਬਲ ਹੈਗਾ, ਤਾਂ ਤੁਹਾਨੂੰ ਲੋਕਾਂ ਤੋਂ ਪੁੱਛਣਾ ਚਾਹੀਦਾ, ਆਪਣੇ ਪਿੰਡ ਤੋਂ ਪੁੱਛਣਾ ਚਾਹੀਦਾ, ਆਪਣੇ ਪਰਿਵਾਰ ਤੋਂ ਪੁੱਛਣਾ ਚਾਹੀਦਾ ਵੀ ਮੈਂ ਇਸ ਕਾਬਲ ਹੈਗਾ। ਮੈਨੂੰ ਤਾਂ ਲੱਗਦਾ ਹੀ ਹੈ ਮੈਂ ਕਾਬਲ ਹਾਂ, ਇਹਨਾਂ ਨੂੰ ਵੀ ਲੱਗਦਾ। ਉਹ ਸਾਰਾ ਅਸੀਂ ਸਿਸਟਮ ਗਰਾਊਂਡ ਕਰਕੇ ਆਪਣੇ ਪਿੰਡ ਤੋਂ ਪੁੱਛ ਕੇ, ਫਿਰ ਇਲਾਕੇ ਤੋਂ ਪੁੱਛ ਕੇ, ਫਿਰ ਇਹ ਹੀ ਕਿਹਾ ਸੀ ਉਹਨਾਂ ਨੇ ਵੀ ਸਾਨੂੰ, ਅਸੀਂ ਤੁਹਾਡੇ ਨਾਲ ਹੈ, ਸਾਨੂੰ ਸਾਰਾ ਕੁਝ ਤੁਹਾਡਾ ਪਸੰਦ ਹੈ, ਪਰ ਕੋਈ ਨਾ ਕੋਈ ਪਾਰਟੀ ਚੰਗੀ ਜੁਆਇਨ ਕਰਿਓ, ਇੰਡੀਪੈਂਡੈਂਟ ਤੁਸੀਂ ਨਾ ਲੜਿਓ, ਕੋਈ ਚੰਗੀ ਪਾਰਟੀ ਜੁਆਇਨ ਕਰੋ। ਔਰ ਅਸੀਂ ਦੇਖ ਲਓ ਪਹੁੰਚਦੇ ਸਿਰੇ ਪਹੁੰਚੇ ਜਿੱਥੇ ਠੀਕ ਜਾਣਾ ਚਾਹੀਦਾ। ਤੇ ਲੜਨੇ ਦਾ ਨਿਰਣਾ ਤਾਂ ਹੈ, ਜੇ ਪਾਰਟੀ ਲੜਾਏਗੀ ਤਾਂ ਲੜੋਗੇ ਜੀ? ਦੇਖੋ ਜੀ, ਪਾਰਟੀ ਲੜਾਊਗੀ ਤਾਂ 100%, ਕੋਈ ਸ਼ੱਕ ਨਹੀਂ ਇਹਦੇ 'ਚ, ਪਰ ਪਾਰਟੀ ਦੇ ਜੋ ਕਾਇਦੇ ਕਾਨੂੰਨ ਹੈ ਉਹਨਾਂ ਦੇ ਵਿੱਚ ਰਹਿ ਕੇ ਅਸੀਂ ਸਿਆਸਤ ਕਰਾਂਗੇ। ਅਸੀਂ ਇਹ ਨਹੀਂ ਕਰਦੇ, ਇਗਨੋਰ ਨਹੀਂ ਕਰਾਂਗੇ ਜਾਂ ਉਹ ਨਹੀਂ ਕਰਾਂਗੇ। ਜੋ ਪਾਰਟੀ ਦਾ ਫੈਸਲਾ ਹੋਊਗਾ, ਜਿਹਨੂੰ ਟਿਕਟ ਦੇਊਗੀ ਸਾਨੂੰ ਦੇਊਗੀ, ਡਟ ਕੇ ਲੜਾਂਗੇ, ਕਿਸੇ ਹੋਰ ਨੂੰ ਦੇਊਗੀ ਡਟ ਕੇ ਮਦਦ ਕਰਾਂਗੇ। ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਇਸ ਪਿੰਡ ਦੇ ਸਰਪੰਚ ਸਾਹਿਬ ਵੀ ਮੌਜੂਦ ਹੈਗੇ, ਇਹਨਾਂ ਨਾਲ ਵੀ ਗੱਲ ਕਰ ਲੈਂਦੇ। ਹਾਂਜੀ ਸਰਪੰਚ ਸਾਹਿਬ, ਇਸ ਫੈਸਲੇ ਨੂੰ ਅੱਜ ਤੁਹਾਡੇ ਪਿੰਡ ਤੋਂ ਜਿਹੜਾ BJP ਨੇ ਆਗਾਜ਼ ਵੀ ਕੀਤਾ ਹੈ ਆਪਣੀ ਪੋਲੀਟੀਕਲ ਪਾਰੀ ਦਾ, ਤੇ ਅਸ਼ੋਕ ਸਾਹਿਬ ਨੇ ਉਹਨਾਂ ਨਾਲ ਜੁਆਇਨ ਵੀ ਕੀਤਾ, ਕਿੱਦਾਂ ਦੇਖਦੇ ਆ ਇਸ ਗੱਲ ਨੂੰ? ਅਸੀਂ ਤਾਂ ਦੇਖ ਹੀ ਰਹੇ ਹਾਂ ਜੀ, 3 ਸਾਲ ਹੋ ਗਏ ਇਹਨਾਂ ਨੂੰ ਇੱਥੇ ਆਇਆ ਨੂੰ, ਰਿਟਾਇਰ ਹੋ ਕੇ ਪਿੰਡ 'ਚ ਆ ਕੇ ਇਹਨਾਂ ਨੇ ਸਾਰੇ ਪਿੰਡ 'ਚ ਮੀਟਿੰਗਾਂ ਕੀਤੀਆਂ, ਤੇ ਉਸ ਦਿਨ ਤੋਂ ਅਸੀਂ ਦੇਖ ਹੀ ਰਹੇ ਹਾਂ ਇਹਨਾਂ ਨੇ ਸੋਚ ਸਮਝ ਕੇ ਇਹ ਫੈਸਲਾ ਲਿਆ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹਨਾਂ ਨੇ ਹਰ ਘਰ ਘਰ ਜਾ ਕੇ ਮਹੱਲਾ ਵਾਈ ਨੁੱਕੜ ਮੀਟਿੰਗਾਂ ਕੀਤੀਆਂ। 7 ਪੰਚਾਇਤਾਂ ਸਾਡੀਆਂ ਰੱਤੇਵਾਲ ਦੀਆਂ, ਸਾਰੀਆਂ ਪੰਚਾਇਤਾਂ ਨਾਲ ਤਾਲਮੇਲ ਕੀਤਾ, ਸਾਰੇ ਲੋਕਾਂ ਨਾਲ ਕੀਤਾ, ਸਾਰਿਆਂ ਨੇ ਹਾਮੀ ਭਰੀ
ਕੋਈ ਵੀ ਬੰਦਾ ਇੱਥੇ ਪਿੰਡ ਦਾ ਬਾਹਰ ਨਹੀਂ ਹੈਗਾ। ਅਸੀਂ ਅਕਾਲੀ ਦਲ ਨੂੰ ਸ਼ੁਰੂ ਤੋਂ ਅਕਾਲੀ ਦਲ ਦੇ ਵਿੱਚ ਸੀਗੇ। ਜਦ ਤੋਂ ਇੱਥੇ ਆਏ ਅਸੀਂ ਸਾਰੇ ਪਿੰਡ ਨੇ ਇਹ ਗੱਲ ਕਹਿਤੀ ਸੀਗੀ ਵੀ ਕੋਈ ਵੀ ਬੰਦਾ ਉੱਦਾਂ ਦਾ ਬਾਹਰ ਨਹੀਂ ਜਾ ਸਕਦਾ। ਤੇ ਹੁਣ ਇਹਨਾਂ ਨੇ ਬੀਜੇਪੀ ਪਾਰਟੀ ਵੀ ਜੁਆਇਨ ਕਰ ਲਈ ਹੈ, ਇਹਨੂੰ ਕਿੱਦਾਂ ਦੇਖਦੇ ਆ, ਇਸ ਫੈਸਲੇ ਨੂੰ ਕਿੱਦਾਂ ਦੇਖਦੇ ਆ? ਗੱਲ ਤਾਂ ਇੱਥੇ ਮੁੱਕਦੀ ਵੀ ਭਾਵੇਂ ਬੀਜੇਪੀ ਨੂੰ ਕਰ ਲੈਣ ਭਾਵੇਂ ਬੀਐਸਪੀ ਨੂੰ ਕਰ ਲੈਣ, ਇਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਉਹ ਕਦੇ ਪਿੱਛੇ ਨਹੀਂ ਹਟ ਸਕਦੇ। ਤੇ ਜਿੱਦਾਂ ਤੁਸੀਂ ਲੋਕਾਂ ਨਾਲ, ਕਿਉਂਕਿ ਇਹਨਾਂ ਦੇ ਕੰਮਾਂ ਕਰਕੇ, ਇਹਨਾਂ ਦੀ ਇਮਾਨਦਾਰੀ ਕਰਕੇ, ਚੰਗੇ ਲੀਡਰ ਹੋਣ ਕਰਕੇ ਇਹਨਾਂ ਦਾ ਸਾਥ ਦੋਗੇ ਕਿ ਜਿੱਦਾਂ ਤੁਸੀਂ ਪਿੰਡ ਵਾਲੇ ਸਾਥ ਦੇ ਰਹੇ ਆ ਕਿ ਇਲਾਕੇ ਦੇ ਲੋਕ ਵੀ ਸਾਥ ਦੇਣਗੇ? ਇਸ ਤਰ੍ਹਾਂ ਇਹਨਾਂ ਨੇ ਪੁਲਿਸ ਦੇ ਵਿੱਚ ਆਈਪੀਐਸ ਅਫਸਰ ਨੇ, ਇਹ ਸ਼ੁਰੂ ਤੋਂ ਹੀ ਇਲਾਕੇ ਦੇ ਨਾਲ ਜੁੜੇ ਹੋਏ ਨੇ। ਸ਼ੁਰੂ ਤੋਂ ਇਹਨਾਂ ਲੋਕਾਂ ਦੀ ਜੋ ਵੀ ਜਿੰਨੇ ਜੋਗਾ ਵੀ ਕਿਸੇ ਦਾ ਜਿੱਦਾਂ ਦਾ ਵੀ ਕੰਮਕਾਰ ਹੁੰਦਾ ਸੀ, ਇਹ ਲੋਕਾਂ ਨਾਲ ਜੁੜ ਕੇ ਉਹਦਾ ਹੱਲ ਕਰਦੇ ਸੀ। ਛੋਟਾ ਬ੍ਰਦਰ ਲੋਕਲ ਰਹਿੰਦਾ ਸੀ ਇੱਥੇ, ਵੱਡਾ ਇਹ ਉੱਧਰ ਰਹਿੰਦੇ ਸੀ ਥੋੜ੍ਹਾ 200 ਕਿਲੋਮੀਟਰ ਤੋਂ ਗਾਂਹ, ਅਤੇ ਇਹਨਾਂ ਨੇ ਲੋਕਾਂ ਨਾਲ ਜੁੜ ਕੇ ਐਨ ਤਾਲਮੇਲ ਰੱਖਿਆ। ਇਸ ਕਰਕੇ ਇਹਨਾਂ ਦੀ ਇਹ ਜਿਹੜਾ ਪਿੰਡ ਹੈ ਪੰਜਾਬ ਦੇ ਵਿੱਚ ਦੂਜੇ ਤੀਜੇ ਨੰਬਰ ਦਾ ਪਿੰਡ ਹੈ, ਇਸੇ ਕਰਕੇ ਪਿੰਡ ਇੰਨੀ ਕਦਰ ਕਰ ਰਿਹਾ ਵੀ ਇਹਨਾਂ ਨੇ ਪੂਰਾ ਤਾਲਮੇਲ ਪਿੰਡ ਲੋਕਾਂ ਨਾਲ ਰੱਖਿਆ। ਉਹ ਲੋਕ ਜੁੜੇ ਹੋਏ ਨੇ, ਸ਼ੁਰੂ ਤੋਂ ਜੁੜੇ ਹੋਏ ਨੇ। ਤੇ ਇਸੇ ਤਰ੍ਹਾਂ ਅਸੀਂ ਅਖੀਰ ਦੇ ਵਿੱਚ ਬਾਠ ਸਾਹਿਬ ਨਾਲ ਵੀ ਗੱਲ, ਬਾਠ ਸਾਹਿਬ ਹੁਣ ਆਪਾਂ ਲੋਕਾਂ ਦੀ ਵੀ ਗੱਲ ਸੁਣ ਲਈ ਹੈ, ਤੁਹਾਡੇ ਸੀਨੀਅਰ ਲੀਡਰ ਵੀ ਆਏ ਸੀ, ਉਹਨਾਂ ਦੀ ਗੱਲ ਵੀ ਹੋ ਗਈ ਕਿ ਹੁਣ ਬਾਠ ਸਾਹਿਬ ਚੋਣ ਲੜਨਗੇ ਜੇ ਚਾਹੇ ਪਾਰਟੀ ਕਹਿੰਦੀ ਜਾਂ ਲੋਕ ਤਾਂ ਹੁਣ ਚਾਹੁੰਦੇ ਹੀ ਨਹੀਂ ਜੀ। ਦੇਖੋ ਉਹ ਤਾਂ ਕਲੀਅਰ ਹੀ ਕਰਤਾ, ਜੇ ਪਾਰਟੀ ਸਾਨੂੰ ਕਹਿੰਦੀ ਹੈ ਤਾਂ ਅਸੀਂ ਤਾਂ ਖੜੇ ਆ, ਕੋਈ ਰੌਲਾ ਹੀ ਨਹੀਂ ਉਹਦੇ 'ਚ। ਜੇ ਪਾਰਟੀ ਕਿਸੇ ਹੋਰ ਨੂੰ ਕਹਿੰਦੀ ਹੈ ਤਾਂ ਉਹਦੀ ਸਪੋਰਟ ਕਰ ਦਾਂਗੇ, ਕੋਈ ਪ੍ਰੋਬਲਮ ਨਹੀਂ ਹੈ। ਮਤਲਬ ਸਾਨੂੰ ਲੱਗਦਾ ਪਾਰਟੀ ਸਹੀ ਕੰਮ ਕਰੂਗੀ, ਇਸ ਕਰਕੇ ਉਹ ਜਿਹੜਾ ਵੀ ਬੰਦਾ ਚੁਣੂਗੀ ਉਹੀ ਜਿਹਦੇ ਜਿਹੜਾ ਲੜਨ ਜੋਗਾ ਹੋਊਗਾ, ਇਹਦੀ ਕੋਈ ਦੋ ਰਾਏ ਨਹੀਂ ਹੈ। ਅਤੇ ਫਿਰ ਜਿਹੜਾ ਸਹੀ ਬੰਦਾ ਚੁਣ ਲਿਆ ਔਰ ਸਹੀ ਪਾਰਟੀ ਹੈ, ਸਹੀ ਉਹਨਾਂ ਦਾ ਸਿਸਟਮ ਹੈ, ਫਿਰ ਆਪਾਂ ਨੂੰ ਕੀ ਡਰ ਹੈ ਉਹਦੇ 'ਚ। ਆਪਾਂ ਜਿੱਦਾਂ ਤੁਸੀਂ ਪਾਰਟੀ ਨਾਲ ਆ ਗਏ ਆ, ਆਮ ਲੋਕ ਵੀ ਚਲੋ ਤੁਹਾਡੇ ਜਦੋਂ ਲੀਡਰ ਅੱਗੇ ਹੋ ਜਾਂਦਾ, ਜਿਹੜੇ ਚੰਗੇ ਲੋਕ ਉਹਨਾਂ ਨਾਲ ਜੁੜੇ ਹੁੰਦੇ ਉਹ ਵੀ ਆ ਜਾਂਦੇ ਆ। ਤਾਂ ਜਿੱਦਾਂ ਹੁਣ ਪਹਿਲਾਂ ਵੀ ਅਸੀਂ ਗੱਲ ਕੀਤੀ, ਪਰ ਚਰਚਾਵਾਂ ਹੈਗੀਆਂ ਵੀ ਕੈਪਟਨ ਸਾਹਿਬ ਨਾਲ ਕਿਤੇ ਇੱਦਾਂ ਨਾ ਹੋਵੇ ਵੀ ਘੁੰਮ ਘੁਮਾ ਕੇ ਮੁੜ ਕੇ ਫਿਰ ਜਿਹੜਾ ਕੈਪਟਨ ਸਾਹਿਬ ਨੂੰ ਗੱਦੀ 'ਤੇ ਬਿਠਾ ਦਿੱਤਾ ਜਾਵੇ। ਦੇਖੋ ਇਹ ਪਾਰਟੀ ਦਾ ਡਿਸੀਜਨ ਹੈ, ਹਾਈ ਲੈਵਲ ਦਾ, ਮੇਰੇ ਤਾਂ ਲੈਵਲ ਦਾ ਹੈ ਨਹੀਂ, ਮੈਂ ਇਹਦੇ 'ਚ ਕੋਈ ਬਹੁਤਾ ਕਮੈਂਟਸ ਨਹੀਂ ਕਰ ਸਕਦਾ। ਬਣਦਾ ਨਹੀਂ, ਔਰ ਬੜੀ ਸਿਆਣੀ ਪਾਰਟੀ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੋਣੀ। ਉਹਨਾਂ ਨੇ ਸਹੀ ਕੰਮ ਹੀ ਕਰਨਾ ਜੋ ਵੀ ਕਰਨਾ। ਹੋਰ ਬੜੇ ਪਾਰਟੀ ਕੋਲ ਬਹੁਤ ਅਹੁਦੇ ਨੇ, ਗਵਰਨਰ ਇਹ ਉਹ ਪਤਾ ਨਹੀਂ ਕਿੱਥੇ ਕਿਹਨੂੰ ਐਡਜਸਟ ਕਰ ਦੇਣਾ। ਜੇ ਬਾਠ ਸਾਹਿਬ ਨੂੰ ਪਾਰਟੀ ਟਿਕਟ ਦੇ ਦਿੰਦੀ ਆ, ਲੱਗਦਾ ਜਿੱਤ ਤਾਂ ਤੁਸੀਂ ਜਾਣਾ ਹੀ ਆ, ਜਿੰਨਾ ਕੁ ਲੋਕਾਂ ਦੇ ਵਿੱਚ ਰਿਸਪੌਂਸ ਹੈਗਾ ਆ, ਜਾਂ ਤੁਸੀਂ ਕਹਿੰਦੇ ਵੀ ਨੀਤੀਆਂ ਲੈ ਗਏ ਸੀ ਜਾਂ ਲੋਕਾਂ 'ਚ, ਕਿਉਂਕਿ ਲੋਕ ਅੱਕੇ ਪਏ ਨੇ ਪਰੰਪਰਾਗਤ ਪਾਰਟੀਆਂ ਦੇ ਉੱਤੋਂ। ਅਤੇ ਜੇ ਬਾਠ ਸਾਹਿਬ ਨੂੰ ਨੁਮਾਇੰਦਗੀ ਮਿਲ ਜਾਂਦੀ ਹੈ ਤਾਂ ਇਲਾਕੇ ਦੀ ਤਾਂ ਸੇਵਾ ਕਰਨਗੇ ਬਾਠ ਸਾਹਿਬ। ਕੋਈ ਮੰਤਰੀ ਪਦ ਦੇ 'ਤੇ ਕਿਹੜੇ ਮੰਤਰੀ ਪਦ 'ਤੇ ਆਪਾਂ ਦੇਖ ਸਕਦੇ ਹਾਂ ਜੇ ਤੁਸੀਂ ਵਧੀਆ ਭੂਮਿਕਾ ਨਿਭਾ ਸਕਦੇ? ਨਹੀਂ, ਉਹ ਜਿਹੜੇ ਦੇ ਕਾਬਲ ਸਮਝਣ। ਕਾਬਲ ਤਾਂ ਕੈਪੇਬਿਲਿਟੀ ਪੁਲਿਸ ਅਫਸਰ ਹਾਂ, ਐਡਮਿਨਿਸਟ੍ਰੇਸ਼ਨ ਬਾਰੇ ਜਾਣਦਾ, ਸਾਰਾ ਕੰਮ ਕਰ ਜਾਣਦਾ। ਉਹ ਜਿੱਥੇ ਮੈਨੂੰ ਫਿੱਟ ਕਰਨਗੇ ਉੱਥੇ ਫਿੱਟ ਹੋ ਜਾਵਾਂਗੇ, ਜਿੱਥੇ ਲਾ ਦੇਣਗੇ ਉੱਥੇ ਲੱਗ ਜਾਵਾਂਗੇ, ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਹ ਸਾਡੇ ਨਾਲ ਬਜ਼ੁਰਗ ਆਗੂ ਵੀ ਹੈਗੇ ਨੇ ਔਰ ਬੀਜੇਪੀ ਦੇ ਪੁਰਾਣੇ ਆਗੂ ਹੈਗੇ ਨੇ, ਅਤੇ ਬਾਠ ਸਾਹਿਬ ਦੇ ਨਾਲ ਅੱਜ ਖੜੇ ਨੇ। ਅਤੇ ਹਾਂਜੀ, ਕੀ ਕਹਿੰਦੇ ਆ ਜੀ ਬਾਪੂ ਜੀ? ਮੈਂ ਤਾਂ ਜੀ ਦੇਖੋ ਬਾਠ ਸਾਹਿਬ ਦਾ ਬਹੁਤ ਫੈਨ ਹਾਂ। ਹਾਂਜੀ, ਚਾਹੇ ਮੇਰੇ ਤੋਂ ਉਮਰ ਛੋਟੇ ਹੈ, ਲੇਕਿਨ ਮੈਂ ਇਹਨਾਂ ਦਾ ਫੈਨ ਹਾਂ। ਜੋ ਇਹਨਾਂ ਨੇ ਫੈਸਲਾ ਕੀਤਾ ਉਹ ਮੈਂ ਇਹਨਾਂ ਦੇ ਨਾਲ ਹਾਂ। ਜੋ ਵੀ ਇਹ ਮੈਨੂੰ ਕੰਮ ਕਰਨਗੇ ਮੈਂ ਉਹਦੇ ਨਾਲ ਰਹੂੰਗਾ। ਤਨ ਮਨ ਧਨ ਤੇ ਰਹੂੰ। ਮੈਂ ਸਟੇਜ 'ਤੇ ਵੀ ਸੁਣਿਆ ਹੋਊਗਾ, ਮੈਂ ਇਹਨਾਂ ਦੇ ਨਾਲ। ਅਤੇ ਜਿੱਦਾਂ ਹੁਣ ਇਹ ਤੁਹਾਡੇ ਨਾਲ ਆ ਗਏ ਆ, ਤੁਸੀਂ ਪੁਰਾਣੇ ਪਾਰਟੀ ਦੇ ਕੈਡਰ 'ਚੋਂ ਹੈਗੇ ਆ, ਪੁਰਾਣੇ ਪਾਰਟੀ ਦੇ ਨਾਲ ਖੜੇ ਰਹੇ ਆ, ਕਿਉਂਕਿ ਅਸੀਂ ਦੇਖਿਆ ਬਹੁਤ ਸਾਰੇ ਲੋਕ ਤੁਹਾਡੇ ਵਰਗੇ ਜਿਹੜੇ ਪੁਰਾਣੇ ਪਾਰਟੀਆਂ ਨਾਲ ਜੁੜੇ ਹੋਏ ਨੇ। ਇਹ ਬੇਸ਼ੱਕ ਪਹਿਲਾਂ ਪੁਲਿਸ ਸੀਗੇ, ਹੁਣ ਪਾਰਟੀ ਦੇ ਨਾਲ ਖੜੇ ਹੋਏ ਆ। ਤਾਂ ਕੀ ਪਾਰਟੀ ਇੱਦਾਂ ਦੇ ਲੋਕਾਂ ਨੂੰ, ਜਿੱਦਾਂ ਮੈਂ ਪਹਿਲਾਂ ਵੀ ਗੱਲ ਵੀ ਇਮਾਨਦਾਰ ਲੋਕਾਂ ਨੂੰ ਫਿਰ ਪਾਰਟੀਆਂ ਟਿਕਟ ਨਹੀਂ ਦਿੰਦੀਆਂ, ਉਹਨਾਂ ਨੂੰ ਵਰਤ ਲੈਂਦੀਆਂ, ਉਹਨੂੰ ਨਾਲ ਲੈ ਆਉਂਦੀਆਂ ਨੇ? ਕੀ ਪਾਰਟੀ ਇੱਦਾਂ ਦੇ ਲੋਕਾਂ ਨੂੰ ਟਿਕਟ ਆਸ ਰੱਖ ਸਕਦੇ ਵੀ ਦੇਣਗੇ? ਮੇਰਾ ਇਹ ਪੂਰਾ ਵਿਸ਼ਵਾਸ ਹੈ ਵੀ ਇੱਦਾਂ ਦਾ ਇਮਾਨਦਾਰ, ਇੱਦਾਂ ਦਾ ਹਾਈ ਪੋਸਟ 'ਤੇ ਰਿਟਾਇਰ ਹੋਇਆ ਅਫਸਰ, ਉਹਨੂੰ ਪਾਰਟੀ ਕਦੇ ਇਗਨੋਰ ਨਹੀਂ ਕਰੂ। ਮੇਰਾ ਪੂਰਾ ਵਿਸ਼ਵਾਸ ਹੈ ਪਾਰਟੀ ਜ਼ਰੂਰ ਇਹਨਾਂ ਨੂੰ ਮਾਣ ਦੇਊਗੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਬੀਜੇਪੀ ਦੇ ਇਸ ਪਿੰਡ ਦੇ ਬਜ਼ੁਰਗ ਆਗੂ ਜਿਹੜੇ ਕਾਫੀ ਲੰਮੇ ਸਮੇਂ ਤੋਂ ਬੀਜੇਪੀ ਨਾਲ ਜੁੜੇ ਹੋਏ ਨੇ, ਅਤੇ ਅੱਜ ਇਸੇ ਪਿੰਡ ਦੇ ਵਿੱਚ ਇੱਕ ਰਿਟਾਇਰ ਜਿਹੜੇ ਪੁਲਿਸ ਅਫਸਰ ਅਸ਼ੋਕ ਬਾਠ ਜੀ ਵੀ ਬੀਜੇਪੀ ਨੂੰ ਜੁਆਇਨ ਕੀਤਾ ਹੈ। ਅਤੇ ਇਸ ਇਲਾਕੇ ਦੀ ਇੱਕ ਆਸ ਬਣ ਕੇ ਇਸ ਪਾਰਟੀ ਦੇ ਉੱਤੋਂ ਇਹ ਨੁਮਾਇੰਦੇ ਦੇ ਤੌਰ 'ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆ ਸਕਦੇ ਨੇ। ਅਤੇ ਬਾਕੀ ਇਹ ਪਾਰਟੀ ਦੇ ਉੱਤੇ ਨਿਰਭਰ ਕਰਦਾ। ਬੀਜੇਪੀ ਨੇ ਅੱਜ ਬਲਾਚੌਰ ਹਲਕੇ ਦੇ ਵਿੱਚ ਵੀ ਇਹ ਜਿਹੜੀ ਨੁੱਕੜ ਮੀਟਿੰਗ ਕਰਕੇ ਆਪਣੀ ਜਿਹੜੀ ਬਿਗਲ ਹੈ ਵਜਾ ਦਿੱਤਾ ਹੈ। ਹੁਣ ਆਉਣ ਵਾਲਾ ਇਹ ਸਮਾਂ ਦੱਸੇਗਾ ਵੀ ਇਹ ਪਾਰਟੀ
ਇਸ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੀ ਕੁ ਕਾਮਯਾਬ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਰਕਾਰ ਬਣਾ ਪਾਉਂਦੀ ਹੈ ਜਾਂ ਨਹੀਂ ਬਣਾ ਪਾਉਂਦੀ, ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਨਿਰਭਉ ਟੀਵੀ। ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੈਮਰਾਮੈਨ ਅੰਮ੍ਰਿਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਗਹੂਣ।